ਤੇ ਮਨ ਕਿਹਦੇ ਵਾਸਤਾ? ਮਹਾਰਾਜ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ। ਹੁਣ ਜਿਹੜਾ ਜਿਹੜਾ ਮਨ ਇਹਨਾਂ ਦੇ ਵਾਸਤਾ ਪੰਜਾਂ ਦੇ ਕੇ ਅਸੀਂ ਗੁਰੂ ਨੂੰ ਸ਼ਾਸਤਰ ਰੂਪੀ ਧਨ ਦੇ ਸਕਦੇ ਹਾਂ ਜੀ? ਨਹੀਂ ਦੇ ਸਕਦੇ। ਕਿ ਗੁਰੂ ਨੂੰ ਅਸੀਂ ਆਪਣਾ ਸਰੀਰ ਦੇ ਸਕਦੇ ਹਾਂ ਜੀ? ਫਿਰ ਤਾਂ ਹੀ ਮਹਾਰਾਜ ਕਹੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਜਿੰਨਾ ਚਿਰ ਅਸੀਂ ਮਨ ਆਪਣਾ ਗੁਰੂ ਸਾਹਿਬ ਨੂੰ ਅਰਪਣ ਨਹੀਂ ਕਰਦੇ ਉਹਨਾਂ ਚਿਰ ਸਾਡੇ ਕਾਜ ਰਾਸ ਨਹੀਂ ਹੋਣਾ ਸੰਸਾਰ ਦੇ। ਹੁਣ ਕਾਜ ਕਿਹੜਾ ਰਾਸ ਹੋਣਾ ਚਾਹੀਦਾ ਆਪਣਾ ਸੰਸਾਰ ਦੇ, ਦੱਸੋ ਜੀ? ਕਾਜ ਤਾਂ ਸਿਰ ਵੀ ਆਪਾਂ ਨਾਲ ਹਿਲਾਈ ਜਾ ਰਹੇ ਹਾਂ ਨਾ, ਇਹਦਾ ਮਤਲਬ ਪਤਾ ਲੱਗ ਰਿਹਾ ਹੈ। ਹੁਣ ਕਾਜ ਜਿਹੜਾ ਰਾਸ ਕਰਾਉਣਾ ਆਪਾਂ ਗੁਰੂ ਸਾਹਿਬ ਤੋਂ ਆਪਣਾ, ਇਹ ਆਪਣੇ ਮਨਾਂ ਦੀ ਅਵਸਥਾ ਚੱਲ ਰਹੀ ਹੈ ਜੇ ਵੀ ਆਪਾਂ ਨੂੰ ਇਹ ਵੀ ਨਹੀਂ ਪਤਾ ਕਾਜ ਰਾਸ ਕਿਹੜਾ ਕਰਾਉਣਾ ਆਪਾਂ। ਇੱਕ ਹੀ ਕਾਜ ਹੈ, ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸੰਸਾਰ ਦੇ ਕੰਮ ਨਹੀਂ ਰਾਸ ਕਰਨੇ, ਮਹਾਰਾਜ ਨੇ ਚੇਤਾ ਰੱਖਿਓ। ਇਹਦਾ ਤੁਹਾਡੇ ਮਨ ਦੀ ਇੱਕ ਸ਼ਕਤੀ ਹੁੰਦੀ ਆ, ਉਹ ਸ਼ਕਤੀ ਕੰਮ ਕਰ ਰਹੀ ਹੈ ਸੰਸਾਰ ਦਾ ਕੰਮ ਕਰਨ ਵਾਸਤੇ। ਜਿਹਨੇ ਗੁਰੂ ਸਾਹਿਬ ਨੂੰ ਮਿਲ ਕੇ ਆਪਣਾ ਸੰਸਾਰੀ ਕਾਜ ਰਾਸ ਨਹੀਂ ਕਰਾਉਣਾ, ਸਿਰਫ ਨਿਰੰਕਾਰ ਦਾ ਕਾਜ ਰਾਸ ਕਰਾਉਣਾ, ਉਹ ਆਪਣਾ ਮਨ ਦੇਗਾ ਮਹਾਰਾਜ ਨੂੰ ਵੀ ਮਹਾਰਾਜ ਮੈਂ ਨਿਰੰਕਾਰ ਪਰਮਾਤਮਾ ਮਿਲਣ ਵਾਸਤੇ। ਦੇਖੋ ਗੁਰੂ ਸਾਹਿਬਾਂ ਨੇ ਤਕਰੀਬਨ ਲੱਖ ਕਿਲੋਮੀਟਰ ਦੇ ਉੱਤੋਂ ਦੂਰੀ ਤੈਅ ਕੀਤੀ ਆਪਣੇ ਜੀਵਨ ਕਾਲ ਦੇ ਵਿੱਚ, ਜੋ ਇਤਿਹਾਸ 'ਚ ਲਿਖਿਆ ਹੋਇਆ। ਪਰ ਵੇਖੋ ਕਿਹਦੇ ਵਾਸਤੇ? ਉਹਨਾਂ ਨੂੰ ਕੀ ਲੋੜ ਪੈ ਗਈ ਸੀ ਪਰਿਵਾਰ ਨੂੰ ਛੱਡ ਕੇ ਅੱਗੇ ਸਾਰੇ ਹੀ ਸੰਸਾਰ ਨੂੰ ਉਪਦੇਸ਼ ਦੇਣ ਦੀ, ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਸਾਡੇ ਵਰਗੇ ਭੁੱਲਿਆਂ ਜੀਵਾਂ ਦਾ ਰਸਤਾ ਦੱਸ ਸਕਣ, ਉਹ ਮਾਰਗ ਦੱਸ ਸਕਣ ਜਿਸ ਰਸਤੇ ਨੂੰ ਸਾਰੇ ਆਪਾਂ ਭੁੱਲ ਚੁੱਕੇ ਹਾਂ। ਜਿਹਨੂੰ ਮਹਾਰਾਜ ਕਹਿੰਦੇ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ। ਉਹ ਰਸਤਾ ਜੇ ਰਸਤੇ ਭੁੱਲ ਚੁੱਕੇ ਹਾਂ, ਫਿਰ ਕਰ ਨਿਜ ਘਰ ਦਾ ਰਸਤਾ ਭੁੱਲ ਚੁੱਕੇ ਹਾਂ। ਮਹਾਰਾਜ ਨੇ ਆਪਾਂ ਨੂੰ ਰਸਤਾ ਦਿਖਾਇਆ ਆਪਣੀ ਬਾਣੀ ਦੇ ਵਿੱਚ, ਸਾਨੂੰ ਭੇਦ ਦਿੱਤਾ ਮਹਾਰਾਜ ਨੇ ਵੀ ਅਸੀਂ ਇਸ ਘਰ ਦੇ ਰਹਿਣਾ ਹੈ, ਇਸ ਘਰ ਦੇ ਵਾਸੀ ਹਾਂ, ਅਸੀਂ ਇਸ ਘਰ 'ਚ ਰਹਿਣ ਵਾਸਤੇ ਆਏ ਸੀਗੇ। ਗੁਰੂ ਕੋਲ ਆਪਾਂ ਇਹ ਗੁਣ ਲੈਣ ਵਾਸਤੇ ਆਏ ਸੀਗੇ ਵੀ ਆਪਾਂ ਰਸਤਾ ਭੁੱਲ ਗਏ ਮਹਾਰਾਜ ਅੱਗੇ ਜਾਣ ਦਾ। ਹੁਣ ਜੇਕਰ ਕਿਸ ਨੂੰ ਬੇਨਤੀ ਕਰਦੇ ਗੁਰਮੁਖ ਪਿਆਰਿਓ ਵੀ ਅੱਗਾ ਦੇਖਿਆ ਜੀ, ਕਹਿੰਦੇ ਨਹੀਂ, ਕਹਿੰਦੇ ਕੀ ਲੋੜ ਪਈ ਦੇਖਣ ਦੀ। ਹੁਣ ਸੋਚੋ ਤੇ ਵਿਚਾਰੋ, ਜਿਹੜੀਆਂ 84 ਲੱਖ ਜੂਨਾਂ ਆਪਾਂ ਦੁਨੀਆਂ ਵੇਖਦੇ ਸਾਡਾ ਅੱਗਾ ਹੀ ਜੇ ਆਪਾਂ ਐਤਕੀ ਨਾ ਮਿਲੇ ਪਰਮਾਤਮਾ ਨਿਰੰਕਾਰ ਨੂੰ, ਇੱਕ ਧਿਆਨ ਦੀ ਅਵਸਥਾ ਦਾ ਖੇਡ ਆ। ਇਹਨੂੰ ਆਪਾਂ ਪੜ੍ਹਦੇ ਹਾਂ ਵੀ ਜੇਕਰ ਆਪਣਾ ਧਿਆਨ ਪੈਸੇ ਵਿੱਚ ਰਹਿ ਗਿਆ ਤਾਂ ਆਪਾਂ ਨੂੰ ਕਹਿੰਦੇ ਸੱਪ ਬਣ ਜਾਵਾਂਗੇ ਆਪਾਂ। ਜੇ ਆਪਣਾ ਧਿਆਨ ਮੰਦਿਰ 'ਚ ਰਹਿ ਗਿਆ ਪ੍ਰੇਤ ਬਣ ਜਾਵਾਂਗੇ ਆਪਾਂ। ਜੇ ਆਪਣਾ ਧਿਆਨ ਬੱਚਿਆਂ 'ਚ ਰਹਿ ਗਿਆ ਕਹਿੰਦੇ ਆਪਾਂ ਸੂਰ ਬਣ ਜਾਵਾਂਗੇ। ਉਹ ਕਹਿੰਦੇ ਐਸਾ ਵੀ ਵਿਰਲਾ ਗੁਰਮੁਖ ਹੁੰਦਾ ਹੈ ਜਿਹਦਾ ਧਿਆਨ ਪਰਮਾਤਮਾ 'ਚ ਰਹਿੰਦਾ, ਉਹ ਨਿਰੰਕਾਰ ਦੇ ਵਿੱਚ ਜਾ ਕੇ ਸਮਾ ਜਾਂਦਾ। ਹੁਣ ਆਪਾਂ ਵੇਖੋ ਸਾਡਾ ਧਿਆਨ ਕਿੰਨਾ ਕਾ ਗੁਰੂ ਦੇ ਨਾਲ ਤੇ ਸਾਡਾ ਕਿੰਨਾ ਕੁ ਧਿਆਨ ਆ ਮਾਇਆ ਦੇ ਵਿੱਚ। ਇਸ ਕਰਕੇ ਆਪਾਂ ਨੂੰ ਵਾਰ-ਵਾਰ ਮਹਾਰਾਜ ਸਮਝਾ ਰਹੇ ਆ ਵੀ ਆਪਾਂ ਗੱਲਾਂ ਨਹੀਂ ਸਾਰੇ ਚੰਗੇ ਬਣ ਜਾਂਦੇ ਆ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆ। ਜਿਹੜਾ ਆਚਰਣ ਆਪਣਾ ਜਿਹੜਾ ਆਚਾਰ ਆ ਉਹ ਤਾਂ ਆਪਣਾ ਬੁਰਾ ਹੀ ਆ। ਆਪਾਂ ਸਾਰੀ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਮੰਗਦੇ ਆ ਨਾ, ਬੋਲ ਕੇ ਦੱਸੋ ਜੀ। ਫਿਰ ਬਾਹਰ ਜਾਂਦੇ ਨੂੰ ਕੀ ਹੋ ਜਾਂਦਾ, ਆਪਾਂ ਉਹਨਾਂ ਪ੍ਰਤੀ ਮਾੜੇ ਵਚਨ ਕਹਿਣੇ ਸ਼ੁਰੂ ਕਰ ਦਿੰਦੇ ਆ। ਉਹ ਕੀ ਜਿਹੜਾ ਆਪਾਂ ਨੂੰ ਗੁਰੂ ਦਾ ਵਜ਼ੀਰ ਅਰਦਾਸ ਕਰਦਾ ਉਹਦੇ ਮਗਰ ਆਪਾਂ ਕਹਿ ਦਿੰਦੇ ਆ, ਜਾਂ ਡਰਦੇ ਮਾਰੇ ਕਹਿੰਦੇ ਵੀ ਕਿਤੇ ਆਪਾਂ ਨੂੰ ਕੋਈ ਕਹੇ ਨਾ ਕਿ ਬਸ ਰੱਬ ਦਾ ਭਲਾ ਨਹੀਂ ਮੰਗਦੇ। ਜਿੰਨਾ ਚਿਰ ਤੁਸੀਂ ਆਪਣੇ ਆਪੇ ਦੀ ਵਿਚਾਰ ਨਹੀਂ ਕਰਦੇ ਗੁਰੂ ਸਾਹਿਬ ਕੋਲ ਆ ਕੇ ਆਪਾਂ ਕਿਸੇ ਦਾ ਭਲਾ ਨਹੀਂ ਮੰਗ ਸਕਦੇ। ਕੋਈ ਮਨ ਤਾਂ ਆਪਣੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਹੰਕਾਰ ਵਸੇ ਹੋਏ ਆ, ਸੰਗ ਆਪਾਂ ਪੰਜਾਂ ਦਾ ਕੀਤਾ ਹੋਇਆ ਹੈ। ਜੇਕਰ ਆਪਾਂ ਗੁਰੂ ਕੋਲ ਆ ਕੇ ਹੀ ਪੰਜਾਂ ਸੰਗ ਨਹੀਂ ਛੱਡਦੇ, ਆਪਾਂ ਸਮਝੋ ਇਸ ਸਕੂਲ ਵਿੱਚ ਨਹੀਂ ਆਏ ਆਪਾਂ, ਅਸੀਂ ਕਾਮ ਕ੍ਰੋਧ ਹੰਕਾਰ ਦੇ ਸਕੂਲ 'ਚ ਬੈਠੇ ਆ, ਸਿੱਖਿਆ ਉਹਨਾਂ ਦੀ ਲੈ ਰਹੇ ਆ ਵੀ ਦੁਬਦਾ ਕਿਵੇਂ ਕਰਨੀ, ਆਪਾਂ ਚੁਗਲੀ ਕਿਵੇਂ ਕਰਨੀ, ਆਪਾਂ ਧੋਖਾ ਕਿਵੇਂ ਕਰਨਾ, ਆਪਾਂ ਝੂਠ ਕਿਵੇਂ ਬੋਲਣਾ, ਆਪਾਂ ਤੇ ਸਿੱਖਿਆ ਕਿਹਦੀ ਲੈ ਰਹੇ ਆਪਾਂ? ਪੰਜਾਂ ਦੀ। ਗੁਰੂ ਦਾ ਆਪਾਂ ਨੇ ਚੀਜ਼ ਨਹੀਂ ਸਿਖਾਰੇ ਮਹਾਰਾਜ ਆਪਾਂ ਨੂੰ ਵੀ ਝੂਠ ਬੋਲੋ, ਦੁਬਦਾ ਕਰੋ, ਨਿੰਦਿਆ ਚੁਗਲੀ ਕਰੋ, ਕਾਮ ਕਰੋ, ਹੰਕਾਰ ਦੇ ਵਸ ਪੈ ਕੇ ਇਹ ਕੰਮ ਕਰੋ, ਉਹ ਤਾਂ ਸਿਖਾਉਂਦੇ ਨਹੀਂ ਪਏ। ਫਿਰ ਕਦੀ ਨਹੀਂ ਆਪਾਂ ਸੋਚਿਆ ਵਿਚਾਰਿਆ ਵੀ ਆਪਾਂ ਮਹਾਰਾਜ ਕੋਲ ਆਉਂਦੇ ਆ ਪਰ ਸਿੱਖਦੇ ਕੀ ਪਏ ਆਪਾਂ, ਕਦੀ ਨਹੀਂ ਵਿਚਾਰਦੇ। ਆਉਂਦੇ ਜ਼ਰੂਰ ਆ, ਮੱਥਾ ਟੇਕਿਆ ਆਪਾਂ,
ਨਮਸਕਾਰ ਕੀਤੀ, ਮਿੱਥ ਕੇ ਆਉਂਦੇ ਆਪਾਂ 5-7 ਮਿੰਟ ਬਹਿਣਾ, 10 ਮਿੰਟ ਬਹਿਣਾ, ਉੱਠ ਕੇ ਚੱਲ ਜਾਂਦੇ ਆ। ਕੀ ਆਪਾਂ ਦ੍ਰਿਸ਼ਟਮਾਨ ਸਕੂਲ ਦੇ ਵਿੱਚ ਵੀ ਇਦਾਂ ਹੀ ਕਰਦੇ ਆ ਜੀ? ਬੋਲ ਕੇ ਦੱਸਿਓ ਵੀ ਆਪਾਂ 10 ਮਿੰਟ ਮਿੱਥ ਕੇ ਆਏ, ਵੀ ਡੈਡੀ ਨੇ ਹੁਣੇ ਵਾਪਸ ਆਇਆ, 10 ਮਿੰਟ ਬਹਿਣਾ ਮੈਂ ਤਾਂ, ਹੈ ਜੀ। ਉੱਥੇ ਆਪਾਂ ਨੂੰ 8 ਘੰਟੇ ਬਹਿਣਾ ਪੈਂਦਾ, ਕਿਉਂ? ਪਤਾ ਵੀ ਉੱਥੇ ਦਰਵਾਜ਼ੇ ਬੰਦ ਹੋ ਜਾਂਦੇ ਆ। ਲੋੜ ਸਮਝਦੇ ਆ ਸੰਸਾਰ ਦੀ ਵਿੱਦਿਆ ਲੈਣੀ ਪੈਣੀ ਆ, ਉਹਦੇ ਦਰਵਾਜ਼ੇ ਬੰਦ ਕਰ ਦਿੰਦੇ। ਆਪਾਂ ਵੇਖਦੇ ਆ ਹੁਣ ਜੇ ਆਪਾਂ ਸਾਰੇ ਇੱਥੇ ਬੈਠੇ ਆ, ਜੇ ਆਪਾਂ ਕਹੇ ਵੀ ਸ਼ਾਮ ਤੱਕ ਬਹਿਣਾ 5 ਘੰਟੇ, ਆਪਾਂ ਦਰਵਾਜ਼ੇ ਲੌਕ ਕਰ ਦੇ, ਅਗਲੇ ਸੰਡੇ ਕੋਈ ਨਹੀਂ ਗੁਰੂ ਘਰ ਆਏਗਾ, ਕੋਈ ਇੱਥੇ ਦਰਵਾਜ਼ੇ ਬੰਦ ਕਰ ਦਿੰਦੇ ਆ ਜੀ। ਕਿਉਂ? ਕਿਉਂਕਿ ਇਹ ਗਿਆਨ ਦੀ ਆਪਾਂ ਲੋੜ ਨਹੀਂ ਸਮਝਦੇ ਹੈਗੇ, ਤਾਂ ਆਪਾਂ ਭੱਜ ਜਾਂਦੇ ਆ। ਸੰਸਾਰੀ ਗਿਆਨ ਦੀ ਆਪਾਂ ਸਾਰੇ ਲੋੜ ਸਮਝਦੇ ਆ, ਤਾਂ ਆਪਣੇ 20-20, 25-25 ਸਾਲ ਆਪਾਂ ਇੰਨੇ ਪੈਸੇ ਲਾ ਕੇ ਪੜ੍ਹਾਈ ਪੜ੍ਹਦੇ ਆ। ਇੱਥੇ ਸਿਰਫ ਮਨ ਹੀ ਦੇਣਾ, ਉੱਥੇ ਵੀ ਆਪਾਂ ਮਨ ਨੂੰ ਮਨਾਉਂਦੇ ਆ ਨਾ ਸਾਰੇ ਜਾਣੇ ਵੀ ਪੜ੍ਹਾਈ ਪੜ੍ਹਨੀ ਪੈਣੀ, ਆਪਾਂ ਨੂੰ ਸੰਸਾਰ ਦੀ ਗਿਆਨ ਲੈਣਾ ਪੈਣਾ। ਇੱਥੇ ਹੀ ਮਨ ਨੂੰ ਮਨਾਉਣਾ ਪੈਣਾ ਆਪਾਂ ਨੂੰ। ਜੇ ਆਪਾਂ ਨੂੰ ਗੁਰੂ ਨੇ ਜਿਹੜਾ ਗਿਆਨ ਦਿੱਤਾ ਉਹ ਬਹੁਤ ਵੱਡਮੁੱਲਾ ਗਿਆਨ ਆ, ਬਹੁਤ ਮਹਿੰਗਾ ਗਿਆਨ ਆ। ਇਹ ਗਿਆਨ ਏਦਾਂ ਨਹੀਂ ਮਿਲਦਾ ਹੈਗਾ। ਮਹਾਰਾਜ ਕਹਿੰਦੇ ਗਿਆਨ ਕਾ ਬੱਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ। ਤੇ ਜੇਕਰ ਵਾਕਈ ਚਾਹੁੰਦੇ ਅਸੀਂ ਆਪਣੇ ਮਨ ਨੂੰ ਬੰਨਣਾ ਹੈ, ਗੁਰੂ ਦੇ ਆਖੇ ਲਾਉਣਾ ਚਾਹੁੰਦੇ ਆਪਾਂ, ਤਾਂ ਆਪਾਂ ਨੂੰ ਮਹਾਰਾਜ ਸਮਝਾਉਂਦੇ ਗੁਰੂ ਦਾ ਗਿਆਨ ਆਪਣੇ ਮਨ 'ਚ ਵਸਾ ਦੇ। ਉਹ ਗਿਆਨ ਨੂੰ ਵਸਾਉਣ ਵਾਸਤੇ ਤੁਹਾਡੇ ਮਨ ਨੂੰ, ਆਪਣੇ ਮਨ ਨੂੰ ਥਿਰ ਕਰਨਾ ਪੈਣਾ। ਇੱਥੇ ਜਿਵੇਂ ਸਰੀਰ ਬੈਠਾ ਜ਼ਰੂਰ ਆ, ਹੋ ਸਕਦਾ ਕਿਸੇ ਦਾ ਧਿਆਨ ਬਾਹਰ ਮੁਖੀ ਹੋਵੇ, ਬਾਹਰ ਦੇ ਵਿਚਾਰ ਚੱਲਦੇ ਹੋਣ, ਸਰੀਰ ਨੂੰ ਆਪਾਂ ਜ਼ਰੂਰ ਲਿਆਉਂਦੇ ਮਹਾਰਾਜ ਕੋਲ, ਪਰ ਮਨ ਨੂੰ ਕੋਈ ਵਿਰਦਾ ਲੈ ਕੇ ਆਉਂਦਾ ਪਿਆ। ਵੀ ਪੜ੍ਹਾਈ ਅਗੰਮ ਦੀ ਆ, ਇਹ ਦਿਖਦੀ ਨਹੀਂ ਹੈ ਨਾ ਅੱਖਾਂ ਦੇ ਨਾਲ, ਸੁਣੀ ਪੜ੍ਹੀ ਨਹੀਂ ਜਾਂਦੀ ਹੈਗੀ। ਜਿਹਨੇ ਅਗੰਮ ਦੀ, ਜਿਹਨੇ ਬ੍ਰਹਮ ਦੀ ਪੜ੍ਹਾਈ ਪੜ੍ਹਨੀ ਆ, ਉਹ ਇੱਥੇ ਆਪਣੇ ਮਨ ਨੂੰ ਲੈ ਕੇ ਹਾਜ਼ਰ ਆ ਕੇ ਬੈਠੇਗਾ, ਜਿਵੇਂ ਅੱਜ ਮੈਂ ਕੁਝ ਸਿੱਖਣ ਜਾਣਾ। ਦੇਖੋ ਇੰਨੀ ਉਮਰ ਲੰਘ ਗਈ ਆਪਣੇ ਸਾਰਿਆਂ ਦੀ, ਅਜੇ ਮਨ ਦੇ ਵਿੱਚੋਂ ਦੁੱਧਾ ਨਹੀਂ ਗਈ ਹੈਗੀ। ਫਿਰ ਆਪਾਂ ਕੀ ਕਦੀ ਨਹੀਂ ਸੋਚ ਵਿਚਾਰੀ ਆਪਾਂ ਪੜ੍ਹਾਈ ਕਿਹਦੀ ਪੜ੍ਹਦੇ ਪਏ ਆ, ਕਦੀ ਵਿਚਾਰਿਆ ਨਹੀਂ ਹੈਗਾ। ਉਦਾਂ ਤੁਰ ਪੈਂਦੇ ਆ। ਕਿਸ ਨੂੰ ਬੇਨਤੀ ਕਰੀਏ, ਕਹਿੰਦੇ ਕੋਈ ਨਹੀਂ, ਹੌਲੀ ਹੌਲੀ ਹੋ ਜਾਏਗਾ ਆਪੇ। ਕਦੋਂ ਹੋਏਗਾ? ਜਦੋਂ ਕੰਮ ਖਤਮ ਹੋ ਜਾਏਗਾ, ਸਵਾਸ ਮੁੱਕ ਜਾਣਗੇ, ਉਦੋਂ। ਸਵਾਸ ਦਾ ਭਰੋਸਾ ਹੀ ਨਹੀਂ ਗੁਰਮੁਖ ਪਿਆਰਿਓ ਆਪਣੇ ਦਾ, ਸਵਾਸ ਕਦੋਂ ਖਤਮ ਹੋ ਜਾਣੇ ਆਪਣੇ। ਗੁਰੂ ਸਾਹਿਬ ਨੇ ਆ ਕੇ ਇਹੀ ਗੱਲ ਸਮਝਾਈ। ਕਿਤੇ ਕਿਤੇ ਮਹਾਰਾਜ ਦੇਖੋ ਪੜਨ ਗਏ ਪਾਂਦੇ ਦੇ ਕੋਲ, ਉਹਨੂੰ ਪੜ੍ਹਾ ਕੇ ਆ ਗਏ ਮਹਾਰਾਜ। ਮੱਝੀਆਂ ਚਾਣ ਗਏ, ਉੱਥੇ ਮਹਾਰਾਜ ਸਮਝਾਤਾ। ਮੋਦੀ ਖਾਨੇ ਗਏ ਮਹਾਰਾਜ, ਦੇਖੋ ਉੱਥੇ ਤੇਰਾ ਤਰ੍ਹਾਂ ਕਰਕੇ ਤੋਲਿਆ, ਉੱਥੇ ਹੀ ਖੇਡ ਸਮਝਿਆ ਕੋਈ। ਉਹਦੇ ਬਾਅਦ ਭੁੱਖੇ ਸਾਧ ਨੂੰ ਭੋਜਨ ਛਕਾਇਆ ਮਹਾਰਾਜ ਨੇ। ਆਪਾਂ ਵੇਖਦੇ ਆ ਵੀ ਚਲੋ ਭੁੱਖੇ ਨੇ ਛਕਾ ਦਈਏ, ਪਿਤਾ ਜੀ ਨੇ ਪੈਸੇ ਦਿੱਤੇ, ਪਰ ਗੱਲ ਉਹ ਅੰਦਰਲੀ ਗੱਲ ਸਮਝਾਉਣਾ ਚਾਹੁੰਦੇ ਸੀ। ਕਹਿੰਦੇ ਗੁਰਮੁਖਾਂ ਨੂੰ ਤਨ ਦਾ ਭੋਜਨ ਛਕ ਲਾ, ਮਨ ਦਾ ਭੋਜਨ ਵੀ ਛਕ ਲਈਏ। ਕਹਿੰਦੇ ਉਹ ਕੀ ਹੁੰਦਾ ਹੈ, ਸਾਨੂੰ ਤਾਂ ਪਤਾ ਹੀ ਨਹੀਂ। ਕਹਿੰਦੇ ਸਾਨੂੰ ਤਾਂ ਮਨ ਦੇ ਨਹੀਂ ਪਤਾ ਭੋਜਨ ਕੀ ਛਕਾਉਣਾ ਮਨ ਨੂੰ। ਪਰ ਉੱਥੇ ਉਹਨਾਂ ਦੀ ਵਿਚਾਰ ਚੱਲੀ ਆਪਸ ਦੇ ਵਿੱਚ। ਕਹਿੰਦੇ ਮਨ ਕਾ ਤੋਸਾ ਹਰਨਾਮ ਹੈ, ਹਿਰਦੇ ਰੱਖੋ ਸੰਭਾਲ, ਇਹ ਖਰਚ ਖੋਟਾ ਗੁਰਮੁਖ ਨਿਭੇ ਨਾਲ। ਕਹਿੰਦੇ ਮਨ ਦੀ ਖੁਰਾਕ ਆ ਅੰਮ੍ਰਿਤ ਰਸ, ਨਾਮ ਰਸ, ਬ੍ਰਹਮ ਰਸ। ਕਹਿੰਦੇ ਉਹ ਤਾਂ ਕੋਈ ਲਈ ਨਹੀਂ। ਕਹਿੰਦੇ ਗੁਰਮੁਖੋ ਫੇਰ ਤਾਂ ਆਪਾਂ ਜਾਵਾਂ ਦੇ ਵਾਸੀ ਆ, ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਹੁਣ ਆਪਾਂ ਸੋਚੋ ਪਿਆਰੋ ਸਾਰੇ ਜਾਣੇ ਵੀ ਕੀ ਆਪਾਂ ਅੰਮ੍ਰਿਤ ਰਸ ਲਿਆ ਅੱਜ ਤੱਕ? ਬੋਲ ਕੇ ਦੱਸੋ ਜੀ। ਪਤਾ ਨਹੀਂ ਲਿਆ ਕਿ ਨਹੀਂ ਲਿਆ, ਤਾਂ ਹੀ ਆਵਾਜ਼ ਨਿਕਲੀ ਨਹੀਂ ਹੈਗੀ ਆਪਣੀ। ਲਿਆ ਤਾਂ ਨਹੀਂ ਲਿਆ, ਲਿਆ ਤਾਂ ਹਾਂ, ਨਹੀਂ ਲੱਤਾ ਦੇ ਮਹਾਰਾਜ ਸਪਸ਼ਟ ਕਹਿਤਾ ਆਪਾਂ ਜਮਾਂ ਦੇ ਵਾਸਤੇ ਸਾਰੇ ਜਾਣੇ। ਮੋੜ ਲਾਤੀ ਗੁਰਬਾਣੀ ਨੇ ਕਿ ਗੁਰਬਾਣੀ ਤੋਂ ਅੱਗੇ ਕੋਈ ਵੀ ਨਹੀਂ ਹੈਗਾ। ਹੁਣ ਕਹਿੰਦੇ ਅੰਮ੍ਰਿਤ ਰਸ ਸਾਡੇ ਅੰਦਰ ਹੈ ਕਿਤੇ, ਕਦੀ ਇਹ ਵੀ ਨਹੀਂ ਆਪਾਂ ਵਿਚਾਰਿਆ। ਬਾਣੀ ਪੜ੍ਹੇ ਰਹਿ ਸਾਹਿਬ ਦੀ ਆਪਾਂ ਸਾਰੇ ਜਾਣੇ, ਪਰ ਮਹਾਰਾਜ ਕਹਿੰਦੇ ਕਦੀ ਉਹ ਰਸ ਦਾ ਭੇਤ ਨਹੀਂ ਆ ਰਿਹਾ। ਉਹ ਸਾਡੇ ਮਨ ਦੀ ਖੁਰਾਕ ਕਿੱਥੇ ਆ? ਫਿਰ ਸਾਧੂਆਂ ਨੂੰ ਗੁਰੂ ਸਾਹਿਬਾਂ ਨੇ ਉਹ ਮਨ ਦੀ ਖੁਰਾਕ ਦਾ ਭੇਤ ਦਿੱਤਾ। ਕਹਿੰਦੇ ਜਿਹੜੇ 9 ਦਰਵਾਜ਼ੇ ਲੱਗੇ ਆ, ਕਹਿੰਦੇ ਜਿਹੜੀ ਗੰਦਗੀ ਬਹਿੰਦੀ ਆ, ਸਾਰਿਆਂ ਨੂੰ ਪਤਾ ਆਪਾਂ ਨੂੰ। 9 ਦਰਵਾਜ਼ ਨਵੇਂ ਦਰ ਫੀਕੇ ਰਸ, 10ਵੇਂ ਅੰਮ੍ਰਿਤ ਚੁਈਜੇ। ਜਿਹੜਾ ਇਹ 9 ਦਰਾਂ ਤੋਂ ਉੱਤੇ 10ਵਾਂ ਦਰ ਹੈ, ਉਹ ਨਿਜ ਘਰ ਥਿਰ ਕਰ ਨਿਜ ਮਹਿਲ, ਉਹਦੇ ਵੀ ਸਾਡੇ ਮਨ ਦੀ ਖੁਰਾਕ ਰੱਖੀ। ਉਹ ਕਹਿੰਦੇ ਖੂਹ ਲੱਗਿਆ ਹੋਇਆ ਸਾਡੇ ਅੰਦਰ, ਜਿੰਨਾ ਮਰਜ਼ੀ ਕੱਢ ਕੇ ਪੀ ਜਾਓ, ਤੋੜ ਨਹੀਂ ਆਉਂਦੀ ਹੈਗੀ। ਮਹਾਰਾਜ ਕਹਿੰਦੇ, ਗੁਰਬਾਣੀ ਕਹਿੰਦੇ ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਏ ਪਨਹਾਰੀ। ਹੁਣ ਆਪਾਂ ਸ਼ਬਦ ਦੇ ਆਸਰੇ ਦੇ ਨਾਲ, ਜਿਵੇਂ ਕਿ ਖੂਹ ਹੋਵੇ, ਆਪਾਂ ਲੱਜ ਵੀ ਹੋਵੇ, ਬਾਲਟੀ ਵੀ ਹੋਵੇ, ਪਰ ਖਿੱਚਣਾ ਤਾਂ ਆਪਾਂ ਨੂੰ ਹੀ ਪੈਣਾ।
ਮਿਹਨਤ ਆਪਾਂ ਨੂੰ ਕਰਨੀ ਪੈਣੀ ਆ। ਹੁਣ ਹਰ ਚੀਜ਼ ਆਪਾਂ ਨੂੰ ਬਣੀ ਬਣਾਈ ਦੇ ਰਹੇ ਮਹਾਰਾਜ, ਪਰ ਕੀ ਆ ਆਪਾਂ ਉਹ ਵੀ ਮਿਹਨਤ ਨਹੀਂ ਕਰ ਰਹੇ। ਆਪਣੇ ਤੋਂ ਬਣਿਆ ਬਣਾਇਆ ਨਹੀਂ ਖਾਇਆ ਜਾ ਰਿਹਾ ਗੁਰਮੁਖੋ। ਕਿਤੇ ਮਿਹਨਤ ਕਰਨੀ ਪੈ ਜਾਂਦੀ ਫਿਰ ਪਤਾ ਨਹੀਂ ਕੀ ਬਣੇਗਾ ਆਪਣਾ। ਇਸ ਕਰਕੇ ਆਪਾਂ ਨੂੰ ਮਹਾਰਾਜ ਨੇ ਸਮਝਾਇਆ ਗੁਰਬਾਣੀ ਦੇ ਵਿੱਚ ਕਿ ਜਦੋਂ ਆਪਾਂ ਸਾਰੇ ਸ਼ਬਦ ਦਾ ਅਭਿਆਸ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ, ਇਹ ਸ਼ਬਦ ਆਪਾਂ ਅਭਿਆਸ ਕਰਦੇ ਗੁਰਮੁਖ ਪਿਆਰਿਓ, ਸਾਨੂੰ ਸਾਡੇ ਮਨ ਦੀ ਖੁਰਾਕ ਮਿਲਦੀ, ਸਾਡੀ ਸੁਰਤੀ 9 ਦਰਾਂ ਤੋਂ ਉੱਤੇ ਚੱਲ ਜਾਂਦੀ ਆ। 10ਵੇਂ ਦੇ ਵਿੱਚ ਤਾਂ ਮਹਾਰਾਜ ਕਹਿੰਦੇ ਉੱਥੇ ਆਪਾਂ ਨੂੰ ਸ਼ਰਧਾ ਭਾਵਨਾ ਨਾਲ ਬੈਠਣਾ ਪੈਂਦਾ। ਇਹ ਸਰੀਰ 'ਚ ਕਹਿੰਦੇ ਪੌਣ ਦਾ ਵਾਜਾ ਵੱਜਦਾ ਪਿਆ ਏ, 9 ਤਾਰੇ ਪ੍ਰਗਟ ਹੋ ਗਏ ਆ, 10ਵਾਂ ਗੁਰਤ ਹੋ ਗਿਆ। ਕਈ ਜੀਵ ਕਹਿੰਦੇ 10ਵਾਂ ਗੁਰਤ ਹੈ ਕੀ ਲੋੜ ਪਈ ਖੋਲਣ ਦੀ, ਪਰ ਜਿਨ੍ਹਾਂ ਨੇ ਖੋਲਿਆ ਕਹਿੰਦੇ ਸ਼ਰਧਾ ਭਾਵਨਾ ਨਾਲ ਬੈਠੇ ਉੱਥੇ ਜਾ ਕੇ, ਤੇ ਉਹਨਾਂ ਦੀ ਮਨ ਦੀ ਅਵਸਥਾ ਕੀ ਬਣੀ ਉਹ ਆਪਾਂ ਨੂੰ ਸਮਝਾਉਂਦੇ ਤੀਜੇ ਪਾਤਸ਼ਾਹ ਜੀ। ਕਹਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪੌਣ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਕਹਿੰਦੇ ਗੁਰਦੁਆਰੇ ਲਾਏ ਭਾਵਨੀ ਇਕਨਾ, 10ਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ, 9 ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹੁਣ ਇਹ ਪੌਣ ਦੇ ਵਾਜੇ ਸਾਰੇ ਆਪਾਂ ਵੱਜਦੇ ਪਏ ਆ। ਅਰੇ ਮਹਾਰਾਜ ਦੱਸਦੇ ਆਪਾਂ ਨੂੰ ਜਦੋਂ ਪੌਣ ਚੱਲਦੀ ਆ ਆਪਾਂ ਸਾਰੇ ਬਹਿ ਜਾਂਦੇ ਆ ਪੌਣ ਦੇ ਵਿੱਚ, ਵਿਚਾਰਾਂ ਚੱਲ ਜਾਂਦੇ ਅੱਗੇ। ਆਪਾਂ ਪੌਣ ਤੋਂ ਅੱਗੇ ਚੱਲਣਾ। ਇੱਕ ਪੌਣ ਦਾ ਖੇਲ ਚੱਲਦਾ, ਇੱਕ ਸ਼ਬਦ ਦਾ ਨਾਮ ਦਾ ਖੇਲ ਚੱਲਦਾ, ਜਿਹਨੂੰ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ। ਇਹ ਸੰਸਾਰ ਦੇ ਵਿੱਚ ਪੌਣ ਦਾ ਖੇਲ ਚੱਲਦਾ ਹੈ, ਵਿਚਾਰਾਂ ਦਾ ਖੇਲ ਚੱਲਦਾ। ਸਾਡੇ ਘਰ 'ਚ ਨਾਮ ਦਾ ਖੇਲ ਚੱਲਦਾ ਪਿਆ ਹੈ। ਉਹ ਨਾਮ ਜਿਸ ਨਾਮ ਨੂੰ ਆਪਾਂ ਲੱਭਦੇ ਪਏ ਹਾਂ, 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਰੱਖਿਆ ਹੈ ਕਹਿੰਦੇ, ਪਰ ਕਿੱਥੇ ਆ ਪਤਾ ਨਹੀਂ, ਕਿ ਲੱਭਣ ਦਾ ਤਰੀਕਾ ਹੀ ਨਹੀਂ ਹੈਗਾ। ਪਰ ਮਹਾਰਾਜ ਜਿਹੜੇ ਗੁਰੂ ਦੀ ਮੱਤ ਲੈਂਦੇ ਆ ਉਹ ਇਹ ਸਰੀਰ ਦੀ ਖੋਜ ਕਰਦੇ। ਗ੍ਰਹਿ ਸਰੀਰ ਗੁਰਮਤੀ ਖੋਜੇ, ਨਾਮ ਪਦਾਰਥ ਪਾਏ। ਹੁਣ ਗੁਰੂ ਸਾਹਿਬ ਕੋਲ ਨਾਮ ਦਾ ਖਜ਼ਾਨਾ ਹੈ। ਜਿਹਨੇ ਨਾਮ ਦਾ ਖਜ਼ਾਨਾ ਲੈਣਾ ਉਹਨਾਂ ਨੂੰ ਨਾਮੇ ਮਿਲਣਾ ਮਹਾਰਾਜ। ਹੁਣ ਆਪਾਂ ਜਿਵੇਂ ਮੰਨ ਲਓ ਬਾਹਰ ਸਟੋਰ ਤੇ ਜਾਂਦੇ ਆ, ਉੱਥੇ ਜੇ ਆਪਾਂ ਗਰੋਸਰੀ ਸਟੋਰ ਤੇ ਜਾਈਏ ਆਪਾਂ ਕੱਪੜੇ ਦੀ ਮੰਗ ਕਰਦੇ ਕਦੀ ਉੱਥੇ ਜਾ ਕੇ? ਜੀ ਬੋਲ ਕੇ ਦੱਸੋ, ਕੱਪੜੇ ਮੈਂ ਤੁਹਾਨੂੰ ਕੱਪੜੇ ਦੇ ਦਿਓ। ਉਹ ਹੱਸਣਗੇ ਸਾਡੇ ਤੇ ਵੀ ਇਹਨੂੰ ਪਤਾ ਨਹੀਂ ਬੰਦੇ ਨੂੰ ਵੀ ਗਰੋਸਰੀ ਸਟੋਰ 'ਚ ਕੱਪੜਾ ਨਹੀਂ ਮਿਲਦਾ। ਹੁਣ ਜਦੋਂ ਆਪਾਂ ਸਾਰੇ ਇੱਥੇ ਆਉਂਦੇ ਆ, ਆਪਾਂ ਸਿਰਫ ਸੰਸਾਰ ਦੀਆਂ ਮੰਗਾਂ ਮੰਗਦੇ ਆ, ਨਾਮ ਨਹੀਂ ਮੰਗਦੇ ਆਪਾਂ। ਤੇ ਮਹਾਰਾਜ ਹੱਸਦੇ ਆ। ਦੂਜੇ ਪਾਸੇ ਆਪਾਂ ਨੂੰ ਕਹਿੰਦੇ ਸਾਰਾ ਕੁਝ ਮਹਾਰਾਜ ਤੋਂ ਮਿਲਣਾ ਮੰਗੋ। ਕਿਹਾ ਤਾਂ ਮੰਨੀਏ ਆਪਾਂ ਮਹਾਰਾਜ ਦਾ, ਸਾਰਾ ਕੁਝ ਮਿਲੇਗਾ ਮਹਾਰਾਜ ਕਹਿੰਦੇ। ਜੇ ਆਪਾਂ ਬੱਚਾ ਪਿਓ ਦਾ ਕਿਹਾ ਨਹੀਂ ਮੰਨਦਾ ਪਿਆ ਤਾਂ ਮਿਲਣਾ ਕੀ ਮਹਾਰਾਜ ਤੋਂ? ਇਹ ਆਪਾਂ ਸਾਰੀ ਚੀਜ਼ਾਂ ਕਾਲ ਤੋਂ ਮੰਗਦੇ ਆ, ਮਾਇਆ ਤੋਂ ਮੰਗਦੇ ਪਏ ਆ, ਕਿਉਂਕਿ ਕਾਲ ਦੇ ਬਸ ਹਰ ਚੀਜ਼ ਕੀਤੀ ਹੋਈ ਮਹਾਰਾਜ ਨੇ। ਜੋ ਵੀ ਆਪਣਾ ਹਿਸਾਬ ਦਾ ਸੰਸਾਰ ਦਾ ਲੈਣ ਦੇਣ ਦਾ ਖਾਣ ਪੀਣ ਦਾ ਮਹਾਰਾਜ ਕਹਿੰਦੇ ਗੁਰਬਾਣੀ ਕਾਲ ਦੇ ਵਸ ਕਰ ਦਿੱਤਾ। ਹੌਲੀ ਹੌਲੀ ਕਾਲ ਆਪਾਂ ਨੂੰ ਦਿੰਦਾ ਹੈ। ਪਰ ਗੁਰੂ ਸਾਹਿਬ ਸਵਾਲ ਸਮਝਾ ਰਿਹਾ ਵੀ ਉਹ ਦੇਖੋ ਇੰਨੀਆਂ ਤਕਲੀਫਾਂ ਝੱਲੀਆਂ ਮਹਾਰਾਜ ਨੇ ਪਹਿਲੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ, ਕਿ ਇਹ ਸੰਸਾਰ ਦੀ ਵਸਤੂਆਂ ਦੇਣ ਵਾਸਤੇ ਝੱਲੀਆਂ। ਉਹ ਤਾਂ ਸਮਝਾਉਂਦੇ ਰਹੇ ਗੁਰਮੁਖ ਪਿਆਰਿਓ, ਉਹ ਨਾਮ ਤੇ ਸਮਾਜੋ ਹਰ ਜਨ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਕਹਿੰਦੇ ਉਹ ਨਾਮ ਨੂੰ ਲੱਭ ਲਓ। ਹੁਣ ਉਹ ਨਾਮ ਗੁਰਮੁਖ ਪਿਆਰਿਓ ਪ੍ਰਮਾਤਮਾ ਦੇ ਮੁਖ ਚੋਂ ਨਿਕਲੀ ਹੋਈ ਆਵਾਜ਼ ਆ। ਉਹ ਜਿਹਨੂੰ ਮਹਾਰਾਜ ਕਹਿੰਦੇ ਗੁਰਬਾਣੀ ਵਿੱਚ, ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ, ਬਾਣੀ ਚਿਰ ਹੋਆ ਦੇਖਿਆ ਸਾਰੰਗ ਪਾਣੀ, ਧਨ ਸੁਦੇਸ ਜਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਕਹਿੰਦੇ ਉਹ ਜਿਹੜਾ ਸੱਜਣ ਆ ਉਸ ਦੇਸ਼ ਵਿੱਚ ਵਸਦਾ, ਬੇਗਮਪੁਰੀ ਸ਼ਹਿਰ ਦੇ ਵਿੱਚ। ਤੇ ਮਹਾਰਾਜ ਕਹਿੰਦੇ ਉਹਦੀ ਭਗਤੀ ਉਸ ਸਹਿਜ ਧੁਨ ਤੋਂ ਸ਼ੁਰੂ ਹੁੰਦੀ। ਉਹ ਸਹਿਜ ਧੁਨ ਨੇ, ਉਸ ਨਾਮ ਨੇ ਸਾਰੇ ਸੰਸਾਰ ਨੂੰ ਥੰਮ ਲਾ ਕੇ ਰੱਖਿਆ ਹੋਇਆ। ਧਾਵਤ ਥਮਿਆ ਸਤਿਗੁਰ ਮਿਲਿਆ, 10ਵਾਂ ਦਵਾਰ ਪਾਇਆ, ਤਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੇ, ਜਿਤ ਸ਼ਬਦ ਜਗਤ ਥੰਮ ਰਹਾਇਆ। ਉਸ ਸ਼ਬਦ ਨੇ, ਉਸ ਨਾਮ ਨੇ ਸਾਰੇ ਸੰਸਾਰ ਨੂੰ ਥੰਮ ਲਾ ਕੇ ਰੱਖਿਆ ਹੋਇਆ। ਤੇ ਸਾਡੇ ਸਰੀਰ ਨੂੰ ਉਹਨੇ ਥੰਮ ਲਾ ਕੇ ਰੱਖਿਆ। ਉਹ ਨਾਮ ਸਾਡੇ ਅੰਦਰ ਗੁਪਤਾ ਚੱਲਦਾ ਪਿਆ, ਪਰ ਕਿਹਦੇ ਅੰਦਰ ਪ੍ਰਗਟ ਹੁੰਦਾ? ਜਿਹੜਾ ਗੁਰੂ ਸਾਹਿਬ ਕੋਲ ਆ ਕੇ ਆਪਣਾ ਆਪ ਦੇ ਦਿੰਦਾ।
हर एक शरीर च नाम गुप्त रखा महाराज ने, पर मिलता किनू आ जिहड़ा मेहनत करदा। कहना गुप्ता नाम वरते विच कलयुग, जो घट घट कहते हर शरीर दे विच घट घट हर भरपूर रहा। नाम रतन तिन्ना हिरदे प्रगटिया, जो गुर शरणाई भज। हुण आपां सारे कहते आपां शरण च आ रहे हां महाराज जी, पर मन नूं फेर नहीं भेजिया आपां, तां नाम किवें प्रगट हो जावे फिर अपने अंदर? गुरु का ज्ञान का चानण किवें साडे अंदर हो जाए? आपां मन ही महाराज नूं दे रहे। भांडे की गल करते आपां सारे, आपां खैर मंगण वास्ते आते इत्थे, सारे मंगण आउंदे ने जी, बोल के दसो जी। ते अपना भांडा भी साफ चाहिए। भांडा है की आ? पर ਜਿਹੜੇ ਗੁਰਮੁਖ ਨਵੇਂ ਆ ਉਹਨਾਂ ਪਤਾ, ਨਵੇਂ ਨਹੀਂ ਪਤਾ ਹੋਣਾ। ਦੱਸੋਗੇ ਆਪਾਂ ਸਾਰੇ ਮੰਗਣ ਜਾਂਦੇ, ਜਦੋਂ ਕਿਸੇ ਦੇ ਕੋਲ ਆਪਾਂ ਭਾਂਡਾ ਲੈ ਕੇ ਜਾਂਦੇ ਆ, ਪਰ ਭਾਂਡਾ ਹੈ ਕੀ? ਗੁਰੂ ਕਿਹਦੇ ਵਿੱਚ ਕੋਈ ਚੀਜ਼ ਪਾਵੇ, ਆਪਾਂ ਕੋਈ ਦੇਵਾਂਗੇ ਤਾਂ ਹੀ ਉਹਦੇ ਵਿੱਚ ਪਾਉਣਗੇ। ਭਾਂਡਾ ਪਤਾ ਜੀ ਕਿਹਨੂੰ ਕਹਿੰਦੇ ਆ? ਇਹ ਆਪਣੇ ਮਨਾਂ ਦੀ ਅਵਸਥਾ ਚੱਲ ਰਹੀ। ਆਪਾਂ ਵੇਖ ਲਈਏ ਵੀ ਇੰਨਾ ਚਿਰ ਹੋ ਗਿਆ ਆਪਾਂ ਨੂੰ ਭਾਂਡੇ ਦਾ ਨਹੀਂ ਪਤਾ ਹੈ ਕਿਹਦੇ ਵਿੱਚ ਕਿਹੜੀ ਚੀਜ਼ ਪੈਣੀ ਆ। ਭਾਂਡਾ ਸਾਡੇ ਮਨ ਨੂੰ ਕਿਹਾ ਗੁਰਬਾਣੀ ਦੇ ਵਿੱਚ, ਭਾਂਡਾ ਆਤਮਲੀਨ ਮੈਲਾ ਹੈ ਨਾ, ਸਾਡਾ ਮਨ ਹੀ ਮੈਲਾ ਸਾਰਿਆਂ ਦਾ। ਹੁਣ ਆਪਾਂ ਵੇਖੀਏ ਜੇ ਮਨ ਆਪਣਾ ਮੈਲਾ ਹੈ ਨਾ, ਪਹਿਲਾਂ ਹੀ ਭਰਿਆ ਹੋਇਆ ਵਿਚਾਰਾਂ ਦੇ ਨਾਲ, ਉਹਦੇ ਵਿੱਚ ਕੋਈ ਚੀਜ਼ ਪਾ ਸਕਦੇ ਆਪਾਂ? ਪਾਵਾਂਗੇ ਬਾਹਰ ਡੁੱਲ ਜਾਏਗੀ। ਫਿਰ ਕਹਿੰਦੇ ਇੰਨਾ ਸਮਾਂ ਹੋ ਗਿਆ ਸੰਗਤ ਕਰਦਿਆਂ ਨੂੰ, ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਨੂੰ, ਗੁਰੂ ਕੋਲ ਆਉਂਦਿਆਂ ਨੂੰ, ਕਿਰਪਾ ਨਹੀਂ ਹੋਈ। ਕਿਰਪਾ ਕਿੱਥੋਂ ਹੋਣੀ? ਭਾਂਡਾ ਤਾਂ ਆਪਣਾ ਪਹਿਲਾਂ ਭਰਿਆ ਵਿਚਾਰਾਂ ਨਾਲ। ਪਹਿਲਾਂ ਗੰਦਗੀ ਰੂਪੀ ਭਾਂਡੇ ਨੂੰ ਆਪਾਂ ਖਾਲੀ ਕਰੀਏ, ਉਹ ਭਾਂਡੇ ਨੂੰ ਮਾਂਜੀਏ, ਗਿਆਨ ਤਨ ਮਨ ਮਾਂਜੀਏ, ਬੌੜ ਨਾ ਮੈਲਾ ਹੋਏ। ਗੁਰੂ ਦੇ ਗਿਆਨ ਦੁਆਰਾ ਉਸ ਭਾਂਡੇ ਨੂੰ ਮਾਂਜੋ। ਆਪਾਂ ਭਾਂਡਾ ਸਾਫ਼ ਕਰਨਾ ਕੀ ਕਰਨਾ? ਇੱਕ ਹੱਥ ਨਾਲ ਆਪਾਂ ਭਾਂਡਾ ਮਾਂਜ ਸਕਦੇ ਹਾਂ ਜੀ? ਬੋਲ ਕੇ ਦੱਸੋ। ਨਹੀਂ, ਦੋ ਹੱਥਾਂ ਆਪਾਂ ਇਸਤੇਮਾਲ ਕਰਨਾ ਪੈਂਦਾ ਹੈ। ਇसी प्रकार महाराज समझा रहे, गुरु का ज्ञान ते गुरु का शब्द दोने द्वारा आपां नूं इस मन रूपी भांडे नूं मांजना पैना। मन तन धोवै शब्द विचारी, तां ही असीं मन रूपी भांडे धो सकते हैं। जो धोवांगे ना फिर सोहना लगेगा, खाली होएगा, फिर आपां गुरु साहब कोल जावांगे, फिर आपां नूं मिल जाएगी कोई चीज़। ये दसो बोल किवें मिल जाएगी? आपां नूं मंगण दा तरीका नहीं पता। ਭਿਖਾਰੀ ਦੇਖੇ ਸੰਸਾਰ 'ਚ ਆਪਾਂ, ਉਹ ਮੰਗਣ ਜਾਂਦੇ ਆ, ਆਪਾਂ ਸਾਰੇ ਮੰਗਣ ਆਇਆ। ਸਭ ਜਾਚਕ ਤੂੰ ਏਕੋ ਦਾਤਾ ਮੰਗੇ ਹਾਥ ਪਸਾਰੀ ਮੰਗਦੇ ਪਏ। ਆਪਾਂ ਤਾਂ ਮੰਗਣ ਦਾ ਨਹੀਂ ਪਤਾ। ਗੁਰਮੁਖ ਪਿਆਰਿਓ, ਭਾਂਡਾ ਆਪਾਂ ਸਾਫ਼ ਕਰ ਲਾਂਗੇ, ਪ੍ਰੈਕਟੀਕਲ ਕਰ ਲਓ, ਮੁੜ ਕੇ ਫਿਰ ਆਪਾਂ ਕੀ ਉਹੀ ਕੂੜ ਮੰਗਾਂਗੇ, ਸੰਸਾਰ ਦੀਆਂ ਚੀਜ਼ਾਂ ਮੰਗਾਂਗੇ ਆਪਾਂ, ਫਿਰ ਆਪਾਂ ਭਾਂਡਾ ਗੰਦਗੀ ਨਾਲ ਭਰ ਲਾਂਗੇ। ਠੀਕ ਹੈ ਨਾ ਜੀ? ਆਪਾਂ ਮੰਗਣਾ ਗੁਰੂ ਸਾਹਿਬ ਤੋਂ ਨਾਮ, ਮੈਂ ਦੀਜੇ ਨਾਮ, ਅੰਮ੍ਰਿਤ ਨਾਮ। ਮੈਂ ਨਾਮ ਦੋ ਜੀ ਮੈਨੂੰ, ਮੇਰੇ ਮਨ ਰੂਪੀ ਭਾਂਡੇ ਦੇ ਵਿੱਚ ਨਾਮ ਦਾ ਵਿਸ਼ਰਾਮ ਕਰੋ, ਜਿਹਨੂੰ ਕਹਿੰਦੇ ਗੁਰਬਾਣੀ ਦੇ ਵਿੱਚ ਅੰਕੀਰੇ ਕਿਰਨ ਸਤਿਗੁਰ ਸੁਣਾਈ ਕਰ ਦਿਆ ਨਾਮ ਪ੍ਰਗਾਸ। ਉਹ ਨਾਮ ਦਾ ਚਰਨ ਸਾਡੇ ਮਨ ਰੂਪੀ ਭਾਂਡੇ ਵਿੱਚ ਪਾਓ, ਉਹ ਖੈਰ ਪਾਓ। ਤਾਂ ਕਹਿੰਦੇ ਸ਼ੇਖ ਫਰੀਦਾ ਖੈਰ ਦੀਜੇ ਬੰਦਗੀ। ਆਪਾਂ ਬੰਦਗੀ ਮੰਗਣ ਵਾਸਤੇ ਮਹਾਰਾਜ ਕੋਲ ਆਉਂਦੇ ਆ, ਅਜੇ ਬੰਦਗੀ ਵੀ ਨਹੀਂ ਆਪਾਂ ਕਰਦੇ। ਜੋ ਆਪਾਂ ਦ੍ਰਿਸ਼ਟਮਾਨ ਸੇਵਾ ਕਰੇ, ਦ੍ਰਿਸ਼ਟਮਾਨ ਦੀ ਸੇਵਾ ਹੈ। ਤ੍ਰੈ ਗੁਣਾ ਵਿੱਚ ਆਪਾਂ ਸਾਰਾ ਕੁਝ ਕਰਨਾ ਪੈਂਦਾ। ਪਰ ਗੁਰਮਤਿ ਜਿਹੜੀ ਬੰਦਗੀ ਆ ਨਾ ਆਪਣੀ, ਉਹ ਚੌਥੇ ਪਾਤੋਂ ਸ਼ੁਰੂ ਹੁੰਦੀ ਆ। ਤਰਲੋਕੀ 'ਚ ਬੰਦਗੀ ਨਹੀਂ ਹੈਗੀ, ਇਹ 9 ਦਰਵਾਜ਼ੇ 'ਚ ਬੰਦਗੀ ਨਹੀਂ ਹੈਗੀ। ਸਰੀਰ ਤੋਂ ਵੱਖ ਹੋ ਕੇ ਜਦੋਂ ਆਪਾਂ ਉਸ ਨਾਮ ਨੂੰ, ਸ਼ਬਦ ਨੂੰ ਸੁਣਾਂਗੇ, ਜਿਹੜਾ ਨਾਮ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ, ਪੜ੍ਹਦੇ ਹਾਂ ਨਿਤ, ਕਾਗਜ਼ ਕਲਮ ਨਾਲ ਲਿਖਣ ਹਰ ਮੰਨੇ ਕਾ ਵੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਉਸ ਨਾਮ ਨੂੰ ਕਿਸੇ ਕਾਗਜ਼ ਤੇ ਕਿਸੇ ਕਲਮ ਪਰ ਲਿਖ ਨਹੀਂ ਸਕਦੇ, ਉਹ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ। ਉਹ ਨਾਮ ਜੋ ਸਾਡੀ ਸੁਰਤੀ ਸ਼ਬਦ ਦਾ ਅਭਿਆਸ ਕਰਕੇ ਸਹਿਜ ਦੇ ਵਿੱਚ ਜਾਂਦੀ ਆ, ਆਪਾਂ ਸਾਨੂੰ ਖੁੰਦੇ ਪਰਮਾਤਮਾ ਦੇ, ਫਿਰ ਸਾਨੂੰ ਉਹ ਨਾਮ ਸੁਣਨ ਨੂੰ ਮਿਲਦਾ ਹੈ, ਫਿਰ ਸਾਨੂੰ ਸੁੱਖ ਮਿਲਦਾ ਹੈ। ਉਹ ਆਨੰਦ ਸਾਡੇ ਅੰਦਰ ਜਦੋਂ ਵੱਜਦਾ ਹੈ, ਉਹ ਆਨੰਦ ਸ਼ਬਦ, ਉਹ ਨਾਮ ਸਾਡੇ ਅੰਦਰ ਚੱਲਦਾ, ਫਿਰ ਸਾਨੂੰ ਸੁੱਖ ਮਿਲਦਾ। ਫਿਰ ਮਹਾਰਾਜ ਕਹਿੰਦੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ। ਉਦੋਂ ਮਨ ਨੂੰ ਵੀ ਘਰ ਕਹਿੰਦਾ ਗੁਰਬਾਣੀ ਵਿੱਚ, ਜਿਸ ਘਰ ਵਿੱਚ ਉਹ ਸ਼ਬਦ ਚੱਲ ਗਿਆ, ਕਹਿੰਦੇ ਉੱਥੇ ਜਾ ਕੇ ਉਹਨੂੰ ਸੁੱਖ ਮਿਲਦਾ। ਵੀ ਜਿਹਨੇ ਸੁੱਖ ਲਿਆ ਏ ਉਹਨਾਂ ਲਿਖਤਾ ਗੁਰਬਾਣੀ ਵਿੱਚ, ਕਹਿੰਦੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ
पूरे पार ब्रह्म पाया उतरे सगल विसूरे दुख रोग संताप उतरे सुनी सच्ची बाणी संत साजन भय सरसे पूरे गुरते जाने सुनते पुनीत कहते पवित्र सतगुर पर पूरे बिनवंत नानक चरण लागे वाजे आनंद पूरे ਉਹ ਲਗਾਤਾਰ ਤੂਰ ਉਹ ਨਾਲ ਉਸ ਜੀਵ ਦੇ ਅੰਦਰ ਚੱਲਦਾ ਰਹਿੰਦਾ ਹੈ ਜਿਸ ਸਾਡੀ ਸੁਰਤੀ ਜੁੜੀ ਰਹਿੰਦੀ ਹੈ। ਇਹ ਆਨੰਦ ਲੈਣ ਵਾਸਤੇ ਆਪਾਂ ਮਹਾਰਾਜ ਦੇ ਕੋਲ ਸਾਰੇ ਆਉਂਦੇ ਹਰ ਐਤਵਾਰ ਨੂੰ ਜਾਂ ਜਿਹੜੇ ਗੁਰਮੁਖ ਰੋਜ਼ ਆਉਂਦੇ ਆ। ਇਹ ਆਨੰਦ ਦੀ ਪ੍ਰਾਪਤੀ ਮਹਾਰਾਜ ਕਹਿੰਦੇ ਵਿਰਲੇ ਨੂੰ ਹੁੰਦੀ। ਮਹਾਰਾਜ ਕਹਿੰਦੇ ਆਨੰਦ ਸਭ ਕੋ ਕਈ ਆਨੰਦ ਗੁਰਤੇ ਜਾਣਿਆ। ਇਹ ਆਨੰਦ ਦੀ ਪ੍ਰਾਪਤੀ ਤੁਹਾਨੂੰ ਗੁਰੂ ਸਾਹਿਬ ਦੇ ਰਹੇ ਆ, ਗੁਰੂ ਨਾਨਕ ਸਾਹਿਬ ਦੇ ਰਹੇ ਆ। ਕੱਲ ਹੀ ਪ੍ਰੋਗਰਾਮ ਚੱਲਦਾ ਪਿਆ ਵਿਸਾਲ ਗੁਰੂ ਘਰ ਵੱਡੇ। ਆਪਾਂ ਇੱਕ ਸਵਾਲ ਸੋਚ ਕੇ ਦੱਸੋ, ਦੂਜੇ ਗੁਰਮੁਖਾਂ ਨੂੰ ਪਤਾ ਆਪਾਂ ਸਾਰੇ ਜਨਮ ਦਿਹਾੜਾ ਮਹਾਰਾਜ ਦਾ ਮਨਾ ਰਹੇ ਆ ਜੀ, ਬੋਲ ਕੇ ਦੱਸੋ। ਬੜੀ ਖੁਸ਼ੀ 'ਚ ਮਨਾ ਰਹੇ ਆ। ਜਦੋਂ ਆਪਾਂ ਕਿਸੇ ਜਨਮ ਦਿਹਾੜਾ ਮਨਾਉਣ ਜਾਂਦੇ ਆ, ਆਪਾਂ ਕੋਈ ਗਿਫਟ ਲੈ ਕੇ ਜਾਂਦੇ ਉਹਨਾਂ ਵਾਸਤੇ, ਮਹਾਰਾਜ ਵਾਸਤੇ ਕੀ ਲੈ ਕੇ ਆ ਰਹੇ ਹੋ? ਆਪਾਂ ਸੋਚ ਕੇ ਜਵਾਬ ਦਿਓ। ਮਹਾਰਾਜ ਵਾਸਤੇ ਤੁਸੀਂ ਕਿਹੜਾ ਗਿਫਟ ਲੈ ਕੇ ਆਏ ਹੋ? ਸਾਡੇ ਸਤਿਗੁਰ ਆ, ਆਮ ਜੀ ਵਾਸਤੇ ਅਸੀਂ ਇੰਨਾ ਮਹਿੰਗਾ ਗਿਫਟ ਲੈ ਕੇ ਜਾਂਦੇ ਆ। ਸਤਿਗੁਰ ਜਨਮ ਦਿਹਾੜਾ ਹੈ, ਅਸੀਂ ਮਹਾਰਾਜ ਵਾਸਤੇ ਕੀ ਲੈ ਕੇ ਆ ਰਹੇ ਹਾਂ ਦੱਸੋ? ਐਨੀ ਉਮਰ ਲੰਘੀ ਜਨਮ ਦਿਹਾੜਿਆਂ ਮਨਾਉਂਦਿਆਂ ਨੂੰ ਕਦੀ ਨਹੀਂ ਸੋਚਿਆ ਆਪਾਂ ਕਿਸੇ ਨੇ। ਸਾਡੇ ਦ੍ਰਿਸ਼ਟਮਾਨ ਮਾਂ ਪਿਓ ਜਨਮ ਹੋਵੇ ਆਪਾਂ ਬਾਹਰ ਰੋਟੀ ਖਾਣ ਲੈ ਜਾਂਦੇ, ਉਹਨਾਂ ਨੂੰ ਕੋਈ ਚੀਜ਼ ਲੈ ਕੇ ਦੇ ਦਿੰਦੇ ਆਪਾਂ ਉਹਨਾਂ ਨੂੰ ਕਿ ਸਾਡੇ ਪਿਤਾ ਜੀ ਨਹੀਂ ਹੈਗੇ, ਇਹਦਾ ਜਗਤ ਪਿਤਾ ਨੇ, ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ। ਅਸੀਂ ਕੀ ਦੇ ਰਹੇ ਹਾਂ ਮਹਾਰਾਜ ਨੂੰ ਗਿਫਟ ਵਿੱਚ? ਇਹ ਸੋਚ ਕੇ ਦੱਸੋ। ਚੁੱਪ ਵਰਤ ਗਈ, ਸੁਣ ਵਰਤ ਗਈ। ਜੇ ਇਹੀ ਮਹਾਰਾਜ ਆਪਾਂ ਨੂੰ ਪੁੱਛ ਲਵੇ ਕਿ ਪੁੱਤ ਕੀ ਗੱਲ, ਕੀ ਲੈ ਕੇ ਆਏ ਗਿਫਟ ਵਿੱਚ, ਹੈ ਕੋਈ ਜਵਾਬ ਆਪਣੇ ਕੋਲ? ਨਹੀਂ। ਕਿ ਕੋਈ ਸੋਚਦੇ ਨਹੀਂ ਆਪਾਂ। ਜਿਹੜੀ ਸਾਡੀ ਸੋਚ ਆ ਤਰਲੋਕੀ ਤੱਕ ਰਹਿ ਗਈ ਆ, ਮਾਇਆ ਦੇ ਘਰ ਤੱਕ ਸੀਮਤ ਰਹਿ ਗਈ, ਸਿਰਫ ਬਸ ਲੈਣ ਦੇਣ ਤੱਕ। ਤਾਂ ਹੀ ਮਹਾਰਾਜ ਕਹਿੰਦੇ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸਰਬੰਧ ਦੇਖਦੇ ਭਾਜਾਨ ਕਦੇ ਨਾ ਪਾਇਨ ਬੰਦ ਜਿਚਰ ਪਹਿਨਣ ਖਾਣ ਤੇ ਰਖਮੀ ਗੰਢ ਜਿੱਦਣ ਕਚਰਾਓ ਜਿੱਦਣ ਬੋਲਣ ਗੰਢ। ਲੈਣ ਦੇਣ ਸੀਮਤ ਹੈ ਸੰਸਾਰ ਲੋਕਾਂ ਨਾਲ, ਪਰ ਉਹਨਾਂ ਨਾਲ ਆਪਾਂ ਲੜ ਵੀ ਪੈਂਦੇ, ਮਾੜੇ ਬਚਨ ਬੋਲ ਦਿੰਦੇ ਆ। ਠੀਕ ਹੈ ਨਾ ਜੀ? ਗੁਰੂ ਨਾਲ ਕਾਹਦਾ ਸ਼ਿਕਵਾ ਆਪਣਾ ਹੈ ਜੀ? ਕੋਈ ਰੋਸ ਗੁਰੂ ਨਾਲ ਕੋਈ ਨਹੀਂ। ਤੇ ਗੁਰੂ ਵਾਸਤੇ ਕਿਉਂ ਨਹੀਂ ਲੈ ਕੇ ਆ ਰਹੇ ਆਪਾਂ? ਇਹ ਰਸਤਾ ਤਾਂ ਆਪਾਂ ਹੀ ਖਾ ਲਈਆਂ ਸਾਰਿਆਂ ਨੇ, ਆਪਾਂ ਖਾਣੀਆਂ ਰਸਤਾ ਸਾਰਿਆਂ ਨੇ। ਦੱਸੋ, ਬੋਲ ਕੇ ਦੱਸੋ। ਫਿਰ ਗੁਰੂ ਵਾਸਤੇ ਆਪਾਂ ਕੀ ਲੈ ਕੇ ਆਏ ਹਾਂ? ਕਦੀ ਨਹੀਂ ਸੋਚਿਆ, ਕਦੀ ਨਹੀਂ ਵਿਚਾਰਿਆ। ਇਹ ਆਪਣੇ ਆਪ ਨੂੰ ਸਮਾਂ ਦਿਓ। ਜਦੋਂ ਆਪਾਂ ਗੁਰੂ ਘਰ ਆਉਂਦੇ ਆ ਨਾ, ਵੀ ਆਪਾਂ ਗੁਰੂ ਘਰ ਕਰਨ ਕੀ ਆਉਂਦੇ ਆ? ਇਹ ਬ੍ਰਹਮ ਦਾ ਸਕੂਲ ਆ। ਇਸ ਸਕੂਲ ਦੇ ਵਿੱਚ ਬ੍ਰਹਮ ਦੀ ਪੜ੍ਹਾਈ ਜਾਂਦੀ ਆ, ਚੌਥੇ ਪਦ ਦੀ ਪੜ੍ਹਾਈ ਜਾਂਦੀ ਆ, ਨਾ ਕਿ ਸੰਸਾਰ ਦੀਆਂ ਚੀਜ਼ਾਂ ਆਪਾਂ ਨੂੰ ਦੱਸੀਆਂ ਜਾਂਦੀਆਂ। ਕਥਾ ਕਹਾਣੀਆਂ ਸਾਰੇ ਹੀ ਆਪਾਂ ਸੁਣਦੇ ਆ। ਜੋ ਇਤਿਹਾਸ ਹੋਇਆ, ਆਪਣੀ ਕਹਾਣੀ ਕੌਣ ਸੁਣਾਉਂਦਾ ਪਿਆ ਸਾਨੂੰ? ਇਹਨੂੰ ਕਿਹਾ ਗੁਰਬਾਣੀ ਵਿੱਚ ਅਕਥ ਕਹਾਣੀ। ਜੋ ਹੀ ਆਪਾਂ ਵਿਛੜੇ ਪਰਮਾਤਮਾ ਤੋਂ ਤੇ ਜੋ ਸਾਡੇ ਆਪਾਂ ਜੂਨਾਂ ਵਿੱਚ ਘੁੰਮੇ, ਜੋ ਦੁੱਖਾਂ 'ਚ ਆਪਾਂ ਘੁੰਮੇ ਸਾਰੇ ਜਾਣੇ, ਤੇ ਮੁੜ ਕੇ ਮਿਲਾਪ ਹੋਇਆ, ਉਹਨੂੰ ਕਹਿੰਦੇ ਅਕਥ ਕਹਾਣੀ। ਮਹਾਰਾਜ ਕਹਿੰਦੇ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ। ਇਹ ਪ੍ਰੇਮ ਦੀ ਕਹਾਣੀ ਆਪਾਂ ਨੂੰ ਮਹਾਰਾਜ ਸੁਣਾ ਦੇ ਸਾਰਿਆਂ ਨੂੰ, ਪਰ ਅਸੀਂ ਸੁਣਦੇ ਹੀ ਨਹੀਂ ਹੈਗੇ। ਅਸੀਂ ਕਹਿੰਦੇ ਸਾਡੇ ਵਾਸਤੇ ਥੋੜੀ, ਦੂਜਿਆਂ ਵਾਸਤੇ ਯਾਰ ਸੁਣਾਈ ਜਾਓ, ਕੋਈ ਫਰਕ ਨਹੀਂ ਪੈਂਦਾ ਹੈ ਜੀ। ਜਾਂ ਕਹਿੰਦੇ ਸਾਡੇ ਵੱਸ ਦਾ ਕੰਮ ਨਹੀਂ ਹੈਗਾ। ਮਹਾਰਾਜ ਕਹਿੰਦੇ ਕਥ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮੁਖ ਬੁੱਝੇ, ਉਹ ਸ਼ਬਦ ਸਮਾਏ ਆਪ ਗਵਾਏ ਤੇਰਾ ਭਵਨ ਸੋਝੀ ਸੁਝੇ। ਉਹ ਸ਼ਬਦ ਦੇ ਵਿੱਚ ਨਾਮ 'ਚ ਅਸੀਂ ਸਮਾਨ ਬਾਰੇ ਕਿਉਂ ਨਹੀਂ ਸੋਚਦੇ? ਇਹ ਤਾਂ ਪੜ੍ਹ ਰਹੇ ਆ ਨਾ, ਹਰ ਜਨ ਹਰ ਨਾਮ ਸਮਾਣੇ। ਤੇ ਸਮਾਣਾ ਕਿਹਨੇ ਆ? ਅਸੀਂ ਇਹ ਸਮਾਉਣਾ, ਹੋਰ ਕਿਹਨੇ ਸਮਾਉਣਾ? ਪਰ ਭੇਤ ਲੈ ਨਹੀਂ ਰਹੇ ਆਪਾਂ ਮਹਾਰਾਜ ਤੋਂ। ਇਸ ਕਰਕੇ ਮਹਾਰਾਜ ਸਤਿਗੁਰ ਪਾਸ ਹਰ ਬਾਤ ਪੁੱਛੇ, ਹਰ ਗੱਲ ਪੁੱਛੋ ਮਹਾਰਾਜ ਨੂੰ। ਤੁਹਾਡਾ ਸੰਸਾਰ ਦਾ ਕੰਮ ਵੀ ਰਾਸ ਕਰਨਗੇ ਮਹਾਰਾਜ, ਤੁਹਾਡਾ ਆਤਮੀ ਤੁਹਾਡਾ ਕਾਰਜ ਵੀ ਰਾਸ ਕਰਨਗੇ ਮਹਾਰਾਜ। ਕਹਿੰਦੇ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਕਰੇ। ਤੁਹਾਡੀ ਦਰਗਾਹ ਦੇ ਵਿੱਚ ਤੁਹਾਡੀ ਮਾਨਤਾ ਹੋ ਜਾਏਗੀ। ਕਿਉਂ? ਕਿਉਂਕਿ ਐਸ ਗੁਰੂ ਦੇ ਸਿੱਖ ਨੇ ਆਪਣੇ ਗੁਰੂ ਦਾ ਕਿਹਾ ਮੰਨ ਕੇ ਜੀਵਨ ਦਾ ਪ੍ਰੈਕਟੀਕਲ ਕੀਤਾ। ਦੋਦਾ ਦਵੈਤ ਈਰਖਾ ਨਫ਼ਰਤ ਉੱਤੇ ਉੱਠ ਕੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ, ਸੋਏ ਇਹ ਮਨ ਦੀ ਅਵਸਥਾ ਬਣਾਈ ਆ ਸ਼ਬਦ ਦਾ ਅਭਿਆਸ ਕਰ ਕਰਕੇ। ਨਿਵੇਂ ਸੋ ਗੌਰਵ। ਆਪਾਂ ਦੋ ਪਲੜੇ ਦੇਖਦੇ ਹਾਂ ਤਕੜੀ ਦੇ,
जिधर भार आवे लोड़ नहीं पैंदी ਉਹਨੂੰ थल्ले झुकाउण दी, वो अपने आप ही नीवा हो जाता है। ਤੇ ਜਿਹੜਾ ਹੰਕਾਰ ਚ ਹੁੰਦਾ ਮਹਾਰਾਜ ਦੇ ਉੱਤੇ ਚੜਨਾ, ਵੱਡੇ ਵੱਡੇ ਹੰਕਾਰੀਆਂ ਨਾਨਕਾ ਗਰਭ ਗਲੇ। ਅਸੀਂ ਵੀ ਇਸ ਮਾਇਆ ਦੇ ਗਰਭ ਚ ਕੱਲ ਦੇ 84 ਲੱਖ ਜੀਵਨਾਂ ਦੇ ਵਿੱਚ ਤੁਰੇ ਰਹਿੰਦੇ ਆ, ਫਿਰ ਵਾਰੀ ਨਹੀਂ ਆਉਂਦੀ ਮੁੜ ਕੇ ਆਪਾਂ ਨੂੰ। ਐਤਕੀ ਦੇਖੋ ਆਪਾਂ ਨੂੰ ਮਹਾਰਾਜ ਕਿਰਪਾ ਕਰੀ ਜਾਮਾ ਮਿਲ ਗਿਆ ਕਲਯੁਗ ਦੇ ਵਿੱਚ। ਦੂਜੇ ਪਾਸੇ ਆਪਾਂ ਨੂੰ ਮਹਾਰਾਜ ਨੇ ਕਿਰਪਾ ਕਰਤੀ ਆ, ਅਕਾਲ ਪੁਰਖ ਨੇ ਸਾਨੂੰ ਗੁਰੂ ਸਾਹਿਬ ਦਾ ਸੰਗ ਦੇਤਾ, ਗੁਰਬਾਣੀ ਦਾ ਸੰਗ ਦੇਤਾ, ਸੰਗਤ ਦੇਤੀ ਆਪਾਂ ਨੂੰ। ਵਿਚਾਰੋ ਵੀ ਜੇ ਆਪਾਂ ਨੂੰ ਇਸ ਵਾਰ ਨਹੀਂ ਮਹਾਰਾਜ ਦਾ ਆਪਾਂ ਕਹਿਣਾ ਮੰਨਦੇ 84 ਲੱਖ ਚਲੇ ਗਏ, ਅਗਲੇ ਟਾਈਮ ਦੇ ਥੋੜੇ ਮਨੁੱਖ ਜਾਮਾ ਮਿਲੇ ਨਾ ਮਿਲੇ, ਗੁਰੂ ਦਾ ਸੰਗ ਮਿਲੇ ਨਾ ਮਿਲੇ ਆਪਾਂ ਨੂੰ, ਠੀਕ ਹੈ ਨਾ, ਰਸਤਾ ਮਿਲੇ ਨਾ ਮਿਲੇ ਆਪਾਂ ਨੂੰ। ਫਿਰ ਢਿੱਲ ਕਿਹੜੀ ਗੱਲ ਦੀ ਆ? ਕਹਿੰਦੇ ਹਰ ਜਪਦਾ ਕਿਰਨ ਢਿੱਲ ਨਾ ਕੀਚੇ ਮੇਰੀ ਜ਼ਿੰਦਗੀ। ਪਤਾ ਨਹੀਂ ਸਾਹ ਆਉਣਾ ਕਿ ਨਹੀਂ ਆਉਣਾ। ਇਹ ਜਿਹੜੇ ਸਵਾਲ ਤੁਸੀਂ ਆਪਣੇ ਆਪ ਹੀ ਲੈ ਕੇ ਚੱਲੋ ਵੀ ਜੇਕਰ ਵਾਕਈ ਜੀਵਨ ਦਾ ਲਾਹਾ ਲੈਣਾ ਚਾਹੁੰਦੇ ਹੋ। ਲਾਹਾ ਨਹੀਂ ਲੈਣਾ ਵੱਖਰੀ ਗੱਲ ਆ, ਫਿਰ ਤਾਂ ਆਪਾਂ ਜੀਵਨ ਜਿੰਨਾ ਕੱਢ ਲਿਆ ਠੀਕ ਆ, ਹੋਰ ਨਿਕਲ ਜਾਏਗਾ ਜਿੰਨਾ ਰਹਿ ਗਿਆ। ਪਰ ਇਹ ਜੀਵਨ ਦਾ ਭਰੋਸਾ ਨਹੀਂ, ਕਿੰਨੇ ਖੜੇ ਸਾਹ ਦੇ ਖੜੇ ਆ। ਅਗਲੇ ਸਾਹ ਦਾ ਕੀ ਭਰੋਸਾ, ਕਦੋਂ ਕੋਈ ਆਵੇ ਨਾ ਆਵੇ, ਫਿਰ ਕਿੱਥੇ ਜਾਵਾਂਗੇ ਆਪਾਂ, ਫਿਰ ਕਿੱਥੇ ਮਾਂ ਪਿਓ ਧੀ ਪੁੱਤ ਭਾਈ ਭੈਣ ਜਾਣਗੇ ਆਪਾਂ ਨੂੰ। ਇਸ ਕਰਕੇ ਪਹਿਲਾ ਪਰਮਾਤਮਾ ਹੈ, ਫਿਰ ਸਾਰਾ ਸੰਸਾਰ ਉਹਦੇ ਵਿੱਚ। ਪਰਮਾਤਮਾ ਸਾਹ ਦਿੰਦਾ ਹੈ, ਤਾਂ ਹੀ ਆਪਾਂ ਸਭ ਨਾਲ ਗੱਲਬਾਤ ਕਰਦੇ ਪਏ, ਮਿਲਦੇ ਪਏ, ਹੱਸਦੇ ਖੇਡਦੇ ਪਏ ਆ। ਜੇ ਉਹ ਸਾਹ ਨਹੀਂ ਦੇਗਾ ਕਿਹਨੂੰ ਮਿਲਣਾਗੇ ਆਪਾਂ? ਤੇ ਉਹਨਾਂ ਨੇ ਸਾਨੂੰ ਕਿਹਾ ਸੰਸਕਾਰ ਕਰ, ਜਾ ਕੇ ਜਾਓ ਸੰਸਕਾਰ ਕਰੋ। ਇੱਕ ਦਿਨ ਨਹੀਂ ਫਿਰ ਘਰ ਰੱਖਦੇ ਆਪਾਂ ਨੂੰ, ਰੱਖਦਾ ਲੋਕ ਵੀ ਸਾਰੀ ਉਮਰ ਸਾਂਭੇ ਆਏ, ਹੁਣ ਕਿਹੜੀ ਗੱਲ ਹੋ ਗਈ ਹੈ ਜੀ? ਇੱਕ ਦਿਨ ਤਾਂ ਰੱਖ ਲਓ, ਮੈਂ ਸਾਵਾਂ ਨਹੀਂ ਹੈ ਦੂਰ ਜਾ ਕੇ ਸੰਸਕਾਰ ਕਰਨ ਜਾਓ ਜੀ, ਕੰਮ ਨਿਬੇੜੋ। ਜੇ ਆਪਾਂ ਕਿਸੇ ਨਾਲ ਇਦਾਂ ਕਰਦੇ ਪਏ ਆ, ਤਾਂ ਸਾਡੇ ਨਾਲ ਵੀ ਇਦਾਂ ਹੀ ਹੋਣਾ, ਚੇਤਾ ਰੱਖਿਓ। ਕੱਲ ਸਾਡੇ ਨਾਲ ਵੀ ਇਦਾਂ ਹੀ ਹੋਣਾ ਹੈ, ਸਾਡੇ ਸੰਸਕਾਰ ਕਿਸ ਨੇ ਇਦਾਂ ਹੀ ਕਰਨਾ, ਜਾ ਕੇ ਜਾਓ ਕੰਮ ਨਿਬੇੜੋ ਜੀ ਇਹਨਾਂ ਦਾ। ਫਿਰ ਮਹੀਨੇ ਬਾਅਦ ਆਪਾਂ ਉਹੀ ਨੋਰਮਲ ਲਾਈਫ ਜਿਉਂਦੇ ਪਏ ਸਾਰੇ ਜਾਣੇ। ਕੌਣ ਮਨਦੀਪ ਸਿੰਘ ਸੀ, ਕੌਣ ਸੀ, ਪਤਾ ਨਹੀਂ ਕਿਸੇ ਨੂੰ। ਆਪਣਾ ਆਪ ਵਿਚਾਰੋ, ਆਪਣੇ ਆਪ ਨੂੰ ਟਾਈਮ ਦਿਓ। ਆਪਾਂ ਦੇਖੋ 24 ਘੰਟੇ ਹੁੰਦੇ ਦਿਹਾੜੀ ਦੇ ਵਿੱਚ, 10 ਮਿੰਟ ਨਹੀਂ ਆਪਣੇ ਕੋਲ ਹੈਗੇ ਆਪਣੇ ਬਾਰੇ ਸੋਚਣ ਵਾਸਤੇ ਵੀ ਮੈਂ ਦਿਨ ਭਰ ਮੈਂ ਕੀ ਕਰਦਾ ਪਿਆ, ਮੈਂ ਆਪਣੇ ਵਾਸਤੇ ਕੀ ਕਰਦਾ ਪਿਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖੋ ਤੁਸੀਂ ਦੂਜਿਆਂ ਵਾਸਤੇ ਕਰ ਰਹੇ, ਪ੍ਰੈਕਟੀਕਲ ਦੇਖ ਲਓ। ਦੂਜਿਆਂ ਦੇ ਵਿਚਾਰ ਹੋਣੇ ਤੁਹਾਡੇ ਮਨ ਦੇ ਵਿੱਚ, ਆਪਣੇ ਬੱਚੇ ਪ੍ਰਤੀ, ਘਰਦਿਆਂ ਪ੍ਰਤੀ, ਕਾਰੋਬਾਰ ਪ੍ਰਤੀ, ਮਾਂ ਪਿਓ ਪ੍ਰਤੀ, ਭਾਈ ਭੈਣ ਪ੍ਰਤੀ। ਆਪਣੇ ਬਾਰੇ ਕੋਈ ਵਿਚਾਰ ਨਹੀਂ ਆਉਂਦਾ ਵੀ ਮੈਂ ਕੌਣ ਆ। ਦੇਖੋ ਆਪਾਂ ਨਮਸਕਾਰ ਕਰਦੇ ਮਹਾਰਾਜ ਨੂੰ, ਬਿਨਾਂ ਪੁੱਛਿਆ ਚੱਲ ਜਾਂਦੇ ਆ। ਉਹ ਪਿੱਛੋਂ ਆਵਾਜ਼ ਮਾਰ ਰਹੇ, ਕਹਿੰਦੇ ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ ਏਤੀ ਨਾ ਜਾਣੋ, ਕੇਤਿਕ ਮੁੱਦਲ ਚਲਦੇ ਖਬਰ ਨਾ ਪਾਏ। ਪਰ ਆਪਾਂ ਕਹਿੰਦੇ ਨਹੀਂ, ਸਾਨੂੰ ਥੋੜੀ ਕਿਹਾ, ਇਹ ਤਾਂ ਦੂਜੇ ਨੂੰ ਕਿਹਾ ਜਾ ਰਿਹਾ ਕਿ ਮੈਂ ਤਾਂ ਪੂਰਾ ਹੈ। ਇਸ ਕਰਕੇ ਆਪਾਂ ਨੂੰ ਸਮਝਾ ਰਹੇ ਜਿਹੜਾ ਤੁਹਾਡਾ ਗਿਆਨ ਆ ਉਹੀ ਔਕੜ ਆ। ਕਿਸੇ ਨੂੰ ਕਥਾ ਦਾ ਗਿਆਨ ਆ, ਕਿਸੇ ਨੂੰ ਕੀਰਤਨ ਦਾ ਗਿਆਨ ਆ, ਢਾਡੀ ਵਾਲਾ ਕੋਈ ਈਸ਼ਵਰ ਦਾ ਗਿਆਨ ਆ, ਕਿਸੇ ਨੂੰ ਡਾਕਟਰ, ਕੋਈ ਇੰਜੀਨੀਅਰ ਆ, ਕੋਈ ਪ੍ਰੋਫੈਸਰ ਆ। ਇਹ ਗਿਆਨ ਤੁਹਾਡਾ ਤੁਹਾਡੇ ਕੋਲ ਹੀ ਰਹਿਣਾ, ਕਿਸੇ ਨੇ ਖੋਹ ਨਹੀਂ ਲੈਣਾ। ਜਿਹੜਾ ਗੁਰੂ ਦਾ ਸਿੱਖ ਆ ਉਹ ਹਮੇਸ਼ਾ ਗੁਣ ਲੈਂਦਾ ਹੈ, ਉਹ ਗੁਣ ਲੈਂਦਾ ਹੈ, ਉਹ ਗੁਣ ਇਕੱਠੇ ਕਰਦਾ ਹਮੇਸ਼ਾ ਹੀ ਵੀ ਇਹ ਗੁਣ ਖਬਰੇ ਗੁਣ ਕਦੋਂ ਮੇਰੇ ਕੰਮ ਆ ਜਾਵੇ ਸੰਸਾਰ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਲੋਕ ਅਵ ਗੁਣ ਨਾ ਕੇ ਬੰਨੇ ਕੱਟੜੇ, ਗੁਣ ਨਾ ਬਿਹਾਜੇ ਕੋਈ, ਗੁਣ ਕਾ ਰਾਗ ਨਾਨਕਾ ਵਿਰਲਾ ਕੇ। ਆਪਾਂ ਵਿਰਲਿਆਂ ਦੇ ਵਿੱਚ ਆਉਣਾ। ਫਿਰ ਮਨ ਦੀ ਅਵਸਥਾ ਕੀ ਹੋਏਗੀ ਉਦੋਂ? ਕਹਿੰਦੇ ਅੰਤਰ ਗੁਰ ਆਰਾਧਨਾ ਜੇਵਾ ਜਦ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ, ਗੁਰ ਨਾਉ ਸਤਿਗੁਰ ਸਿੱਧੀ ਰਤਿਆ ਦਰਗੇ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੇ ਇਹ ਵਕਤ ਦੇ ਜਗ ਮੇ ਤਮ ਕਾਢੀਏ ਵਿਰਲੇ ਕਈ। ਆਪਾਂ ਵਿਰਲਿਆਂ ਦੇ ਵਿੱਚ ਆਉਣਾ ਹੈ। ਇਹ ਗੁਨਾਹ ਦੇ ਘਰ ਦਾ ਮਿਸ਼ਨ। ਦੇਖੋ ਗੁਰੂ ਸਾਹਿਬਾਂ ਨੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਗੱਡੀਆਂ ਨਹੀਂ ਹੁੰਦੀਆਂ ਸੀਗੀਆਂ, ਮਹਾਰਾਜ ਨੇ ਪੈਦਲ ਚੱਲ ਕੇ ਇੰਨਾ ਪੈਂਡਾ ਤੈਅ ਕੀਤਾ, ਇੰਨਾ ਪ੍ਰਚਾਰ ਕੀਤਾ ਮਹਾਰਾਜ ਨੇ। ਤੇ ਦੇਖੋ ਇੰਨੀ ਮਹਾਰਾਜ ਦੀ ਮਿਹਨਤ ਕਮਾਈ ਦੀ ਅੱਜ ਤਾਂ ਹੀ ਆਉਂਦੀ, ਆਪਾਂ ਕਮਾਈ ਖਾਂਦੇ ਪਏ। ਆਪਣੇ ਵਾਸ ਨਹੀਂ ਕਿਸ ਦੇ ਆਪਾਂ ਕੋਈ ਖੋਜ ਕਰ ਲਈਏ, ਪਰ ਗੁਰੂ ਆਪਣਾ ਬਣਿਆ ਬਣਾਈ ਚੀਜ਼ ਮਿਲੀ ਆਪਣਾ ਤਾਂ ਨਹੀਂ ਖਾਈ ਜਾ ਰਹੀ, ਆਪਣੇ ਕੋਲ ਬਚਾਈ ਵੀ ਨਹੀਂ ਜਾ ਰਹੀ ਆਪਣੇ ਕੋਲੋਂ। ਤਾਂ ਵੀ ਆਪਾਂ ਸੁਣੀ ਲਈਏ ਭਾਈ ਗੁਰੂ ਦੀ ਗੱਲ, ਮੰਨਣਾ ਬਾਅਦ ਦੀ ਗੱਲ। ਸੰਸਾਰ ਦੀ ਨਿੰਦਿਆ ਚੁਗਲੀ ਹੁੰਦੀ, ਆਪਾਂ 2-3 ਘੰਟੇ ਬਹਿ ਜਾਂਦੇ ਆ, ਨੋਰਮਲ ਗੱਲ ਆ। ਪਰ ਵੇਖੋ ਗੁਰੂ ਦੀ ਗੱਲ ਹੁੰਦੀ ਹੋਵੇ 10 ਮਿੰਟ ਮਨ ਅੱਕ ਜਾਂਦਾ, ਆਪਣਾ ਭੱਜ ਜਾਂਦੇ ਆ। ਪਰ ਜਿਹੜੀ ਗੱਲ ਅੱਜ ਆਪਾਂ ਕਰ ਰਹੇ ਹਾਂ ਨਾ ਗੁਰਮਖੋ, ਇਹ ਆਪਣੇ ਮਨ ਦੀ ਕਹਾਣੀ ਚੱਲਦੀ ਪਈ ਆ। ਇਹ ਸੰਸਾਰ ਦੀਆਂ ਗੱਲਾਂ ਬਾਤਾਂ ਨਹੀਂ ਜੇ, ਇਹ ਰੋਜ਼ ਆਪਣੇ ਦਿਨ ਚੜ੍ਹ ਜੋ ਹੋ ਰਿਹਾ ਸਾਡੇ ਨਾਲ ਬੀਤ ਰਿਹਾ। ਰਾਤ ਪੈ ਗਈ, ਸੌਂ ਗਏ ਸਾਰੇ ਜਾਣੇ, ਗਏ ਕਿੱਥੇ ਆ? ਸੋਚ ਦੀ ਗੱਲ ਆ ਨਾ। ਰਾਤ ਪਈ,
ਸਾਰੇ ਸੌਂ ਗਏ, ਆਪਾਂ ਸਾਰੇ ਸੌਂਦੇ ਆ ਜੀ, ਬੋਲ ਕੇ ਦੱਸੋ ਕਿੱਥੇ ਜਾਂਦੇ ਰਾਤ ਨੂੰ? ਕੋਈ ਨਹੀਂ ਪਤਾ। ਸਾਡਾ ਧੀ ਪੁੱਤ ਰਾਤ ਨੂੰ ਘਰੇ ਨਾ ਆਏ, ਆਪਾਂ ਸਿਰ ਘਰ ਤੇ ਚੱਕ ਲੈਂਦੇ, ਆਪਾਂ ਘਰ ਸਿਰ ਚੁੱਕ ਲੈਂਦੇ ਵੀ ਲੱਭੋ, ਪੁਲਿਸ ਨੂੰ ਫੋਨ ਕਰੇ, ਕਿਹਨੂੰ ਫੋਨ ਕਰਦੇ ਆ ਵੀ ਸਾਡਾ ਬੱਚਾ ਲੱਭ ਕੇ ਲਿਆ। ਜਦੋਂ ਆਪਾਂ ਸਵੇਰੇ ਉੱਠਦੇ ਆ ਬੜੇ ਚਾਅ ਨਾਲ ਸਤਿ ਸ੍ਰੀ ਅਕਾਲ ਫਤਿਹ ਬੁਲਾਉਂਦੇ, ਕਦੇ ਪੁੱਛਿਆ ਰਾਤੀ ਕਿੱਥੇ ਗਏ ਸੀ ਜੀ? ਕਦੇ ਨਹੀਂ ਪੁੱਛਿਆ ਕਿਸੇ ਨੇ। ਉੱਠੇ ਆ, ਦਿਨ ਭਰ ਦੇ ਕੰਮਕਾਰ ਸ਼ੁਰੂ ਕੀਤੇ, ਉਹੀ ਫਿਰ ਆਨੰਦ ਲਏ ਸੰਸਾਰ ਦੇ, ਫਿਰ ਆਪਾਂ ਸੌਂ ਜਾਂਦੇ ਆ। ਇਹ ਆਪਣਾ ਜੀਵਨ ਨਹੀਂ। ਆਪਾਂ ਸਾਰੇ ਸੰਸਾਰ ਤੇ ਪ੍ਰਾਹੁਣੇ ਬਣ ਕੇ ਆਉਂਦੇ ਆ, ਤੇ ਪ੍ਰਾਹੁਣੇ ਦਾ ਕੰਮ ਹੁੰਦਾ ਆਨੰਦ ਵਿੱਚ ਰਹਿਣਾ, ਕਿਸੇ ਨੂੰ ਦੁਖੀ ਨਹੀਂ ਕਰਨਾ ਹੁੰਦਾ। ਤੇ ਆਪਾਂ ਇਸ ਸੰਸਾਰ ਤੇ ਆਉਂਦੇ, ਦੇਖੋ ਪ੍ਰਾਹੁਣਾ ਰਾਤ ਨੂੰ ਆਉਂਦਾ, ਪ੍ਰਭਾਤ ਪੈਂਦੀ ਚਲ ਜਾਂਦਾ ਹੈ, ਤੇ ਮਹਾਰਾਜ ਜੈਸੇ ਰਹਿਣ ਪ੍ਰਾਹੁਣੇ ਉੱਠ ਚਲ ਸੀ ਪ੍ਰਭਾਤ, ਚਲ ਜਾਂਦਾ, ਪਰ ਜਾਂਦਾ ਕਿੱਥੇ ਪ੍ਰਾਹੁਣਾ? ਕਦੀ ਪੁੱਛਿਆ ਨਹੀਂ। ਹੁਣ ਜੇ ਪ੍ਰਾਹੁਣਾ ਆਇਆ ਹੈ, ਕੋਈ ਕੰਮਕਾਰ ਵਾਸਤੇ ਆਇਆ, ਜਦੋਂ ਅਸੀਂ ਪ੍ਰਾਹੁਣੇ ਆ ਤੁਹਾਡੇ ਕੋਲ ਆਏ 2 ਘੰਟੇ ਵਾਸਤੇ, ਵਿਚਾਰ ਕਰਨ ਆਏ ਸੀ, ਜੇ ਆਪਾਂ ਬਿਨਾਂ ਵਿਚਾਰ ਕੀਤੇ ਸੰਸਾਰ ਦੀਆਂ ਗੱਲਾਂ ਕਰਕੇ ਲੰਗਰ ਪਾਣੀ ਛਕ ਕੇ ਸਾਡੇ ਆਉਣ ਦਾ ਕੀ ਫਾਇਦਾ ਹੋਇਆ ਫਿਰ? ਏਦਾਂ ਹੀ ਮਹਾਰਾਜ ਕਹਿੰਦੇ ਪ੍ਰਾਹੁਣੇ ਦੀ ਸੇਵਾ ਜ਼ਰੂਰ ਹੁੰਦੀ ਆ, ਪ੍ਰੈਕਟੀਕਲ ਤੁਸੀਂ ਕਿਸੇ ਦੇ ਘਰ ਚੱਲ ਤੁਹਾਡੀ ਪੂਰੀ ਸੇਵਾ ਹੋਏਗੀ, ਪਰ ਜਿਹੜਾ ਮਿਸ਼ਨ ਲੈ ਕੇ ਆਉਂਦੇ ਆਪਾਂ ਉਹ ਮਿਸ਼ਨ ਪੂਰਾ ਕਰਨਾ ਹੁੰਦਾ, ਤੇ ਗੁਰੂ ਸਾਹਿਬਾਂ ਨੇ ਮਿਸ਼ਨ ਪੂਰਾ ਕੀਤਾ ਹੈ। ਸਾਨੂੰ ਅੱਜ ਦੀ ਗੱਲ ਨਹੀਂ, ਰਹਿੰਦੇ ਸਮੇਂ ਤੱਕ ਸਾਨੂੰ ਐਸਾ ਖਜ਼ਾਨਾ ਦੇ ਗਏ ਮਹਾਰਾਜ ਜਿਹੜਾ ਆਪਾਂ ਮਹਾਰਾਜ ਦੇਣ ਨਹੀਂ ਦੇ ਸਕਦੇ। ਪਰ ਗੱਲ ਤਾਂ ਸਿਰਫ ਕਮੀ ਆ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂ। ਜੇ ਕਮੀ ਆਪਣੇ ਵਿੱਚ ਨਾ ਗੁਰਖੋ ਤਾਂ ਆਪਾਂ ਨੂੰ ਕਮੀ ਆਪ ਹੀ ਦੂਰ ਕਰਨੀ ਪੈਣੀ। ਜੇ ਮੈਂ ਕਿਸੇ ਦੁੱਧ ਦਾ ਨਫ਼ਰਤ ਕਰਦਾ, ਉਹ ਮੈਨੂੰ ਮਿਹਨਤ ਕਰਕੇ ਆਪਣੇ ਵਿੱਚੋਂ ਮੈਲ ਕੱਢਣੀ ਪੈਣੀ। ਜੇ ਮੈਂ ਗੁਰੂ ਦਾ ਕਿਹਾ ਨਹੀਂ ਮੰਨਦਾ, ਉਹ ਮੈਨੂੰ ਆਪਣੇ ਆਪ ਨੂੰ ਮਨਾਉਣਾ ਪੈਣਾ ਵੀ ਨਹੀਂ, ਗੁਰੂ ਦਾ ਕਿਹਾ ਮੰਨਾਂਗਾ ਤਾਂ ਮੈਨੂੰ ਸੁੱਖ ਮਿਲੇਗਾ। ਇਹ ਆਪਣੇ ਵਾਸਤਾ ਵੀ ਆਪਾਂ ਕਰਨਾ ਚਾਹੁੰਦੇ ਹਾਂ ਜਾਂ ਨਹੀਂ। ਆਪਣਾ ਆਪੇ ਹੀ ਕਾਜ ਸਵਾਰੀਏ। ਕੋਈ ਕਾਜ ਰਾਸ ਕਿਹੜਾ ਕਰ ਰਹੇ ਆਪਾਂ ਸੰਸਾਰ ਦਾ? ਵਾਧੇ ਘਾਟੇ ਪੈ ਗਏ ਆ, ਸਰੀਰ ਦਾ ਘਾਟਾ ਵਾਧਾ ਪੈ ਗਿਆ, ਉਹਦੇ ਮਗਰ ਪਏ ਹੋਏ ਆ। ਜਿਹੜਾ ਅਸਲੀ ਕੰਮ ਸੀ ਉਹ ਕੰਮ ਤਾਂ ਆਪਾਂ ਛੱਡ ਹੀ ਦਿੱਤਾ ਸਾਰਿਆਂ ਨੇ। ਕਿਹੜਾ? ਭਜਨ ਬੰਦਗੀ, ਰਾਮ ਸਿਮਰ ਰਾਮ ਸਿਮਰ, ਇਹ ਤੇਰੇ ਕਾਜ ਹੈ। ਇਹ ਕੰਮ ਨੂੰ ਭੁੱਲ ਹੀ ਗਏ ਆਪਾਂ ਸਾਰੇ ਜਾਣੇ। ਇਹਦੇ ਵਾਸਤੇ ਟਾਈਮ ਨਹੀਂ ਹੈ ਸਾਡੇ ਕੋਲ। ਦੇਖੋ ਸਵੇਰ ਲੈ ਕੇ ਸ਼ਾਮ ਤੱਕ ਆਪਾਂ ਜਿਹੜਾ ਮਰਜ਼ੀ ਕੰਮ ਕਰਾ ਲਓ, ਜਿਹੜਾ ਮਰਜ਼ੀ ਸੰਸਾਰ ਦਾ, ਉਹ ਨਹੀਂ ਭੁੱਲਦਾ। ਇੱਕ ਮਹਾਰਾਜ ਕਹਿੰਦੇ ਕੀ ਹੈ ਵੀ ਉਹਨੂੰ ਯਾਦ ਕਰਨਾ ਆਪਾਂ ਭੁੱਲ ਜਾਂਦੇ। ਸਾਰੇ ਸਵੇਰ ਵੇਲੇ ਉੱਠਦੇ ਆ, ਆਪਾਂ ਬਾਣੀ ਪੜ੍ਹਦੇ ਮਹਾਰਾਜ, ਆਪਾਂ ਨੂੰ ਹੁਕਮ ਬਾਣੀ ਪੜ੍ਹਨੀ ਆ। ਆਪਾਂ ਸਾਰੇ ਸਕੂਲ ਕਾਲਜ ਗਏ ਆ, ਬੱਚਿਆਂ ਨੂੰ ਆਪਣੇ ਭੇਜਦੇ। ਆਪਾਂ ਇਹ ਤਾਂ ਨਹੀਂ ਕਹਿੰਦੇ ਵੀ 2 ਅੱਖਰ ਕਾਕਾ ਪੜ੍ਹਿਆ। ਪੜ੍ਹਨ ਤੋਂ ਭਾਵ ਕੀ ਹੁੰਦਾ? ਮਨ 'ਚ ਵਸਾਉਣੀ ਕੋਈ ਗੱਲ ਵੀ ਪੜ੍ਹ ਲਓ। ਹੁਣ ਇੱਥੇ ਸਟੂਡੈਂਟ ਕਿੰਨੇ ਆਏ ਨੇ, ਤੇ ਉਹ ਆਪਣੇ ਮਾਪੇ ਦਾ ਪੈਸਾ ਲਾ ਕੇ ਆਏ ਨੇ। ਮਾਪੇ ਨੇ ਮਾਣ ਕਰਕੇ ਭੇਜਿਆ, ਕਿਸੇ ਨੇ ਜ਼ਮੀਨ ਵੇਚੀ, ਕਿਸੇ ਨੇ ਕੀ ਚੀਜ਼ ਵੇਚੀ ਆ ਵੀ ਚਲ ਪੁੱਤ ਬਾਹਰ ਜਾ ਕੇ ਪੜ੍ਹਨਗੇ। ਜੇ ਬੱਚੇ ਇੱਥੇ ਆ ਕੇ ਗਲਤ ਕੰਮ ਕਰਨ, ਨਸ਼ਾ ਕਰਨ ਲੱਗ ਜਾਂਦੇ, ਮਾਂ ਪਿਓ ਦਾ ਕਿਹਾ ਨਾ ਮੰਨਦੇ, ਮਾਂ ਪਿਓ ਦਾ ਕੀ ਬੀਤੇਗੀ ਫਿਰ? ਇਹੋ ਜਿਹਾ ਬੱਚਾ ਹੈ ਵੀ ਜਿਹੜੇ ਬੱਚੇ ਨੂੰ ਬੜਾ ਮਾਣ ਕਰਕੇ ਭੇਜਿਆ ਸੀਗਾ, ਕਿ ਉਹਨੇ ਬੱਚੇ ਨੇ ਇੱਥੇ ਆ ਕੇ ਇਹ ਕਰਮ ਕੀਤੇ ਪ੍ਰਦੇਸ਼ ਦੇ ਵਿੱਚ, ਉਹਨਾਂ ਪੁੱਤ ਪ੍ਰਦੇਸ਼ ਵਿੱਚ ਰਹਿ, ਤੂੰ ਘਰ ਵੀ ਨਾ ਆ ਤੂੰ। ਇਸ ਕਰਕੇ ਆਪਾਂ ਨੂੰ ਵਾਰ-ਵਾਰ ਸਮਝਾਇਆ ਜਾ ਰਿਹਾ ਹੈ ਕਿ ਪ੍ਰਾਣੀ ਤੂੰ ਆਇਆ ਰਾਹ ਲੈਣ, ਲੱਗਾ ਅੱਗੇ ਤੱਕ ਫਕੜੇ ਸਭ ਮੁਕਦੀ ਚੱਲੀ ਰਹਿਣ, ਸਮਾਂ ਮੁੱਕਦਾ ਸਵਾਸਾਂ ਨਾਲ। ਇਹ ਸਵਾਸ ਹੀ ਆਪਾਂ ਸਾਡੇ ਵਡਮੁੱਲੇ ਆ, ਇਹਨਾਂ ਨੂੰ ਆਪਾਂ ਸਫਲੇ ਕਰਨਾ ਸਾਰਿਆਂ ਨੂੰ। ਇਸ ਸਿਮਰਨ ਨੇ, ਗੁਰੂ ਦੀ ਬਾਣੀ ਨੇ ਤੁਹਾਡੇ ਮਨ ਨੂੰ ਮਾਂਜਣਾ ਹੈ, ਤੁਹਾਡੇ ਮਨ ਨੂੰ ਸਾਫ਼ ਕਰਨਾ ਜੀ। ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਦੇ ਹਾਂ, ਜਿਹੜੇ ਆਪਣੇ ਸਵਾਸ ਬਿਨਾਂ ਫੁਰਨਿਆਂ ਤੋਂ ਜਮਾ ਹੁੰਦੇ ਆ, ਉਸ ਸਵਾਸਾਂ ਰਾਹੀਂ ਤੁਹਾਨੂੰ ਨਾਮ ਧਨ ਅੰਦਰੋਂ ਮਿਲਦਾ। ਤੇ ਮਹਾਰਾਜ ਕਹਿੰਦੇ ਉਹ ਅਸਲੀ ਸ਼ਾਹ ਬਣ ਜਾਂਦੇ ਆ ਜਿਨ੍ਹਾਂ ਨੂੰ ਨਾਮ ਦਾ ਖਜ਼ਾਨਾ ਅੰਦਰੋਂ ਮਿਲ ਜਾਂਦਾ। ਕਹਿੰਦੇ ਨਾਮ ਧਨ ਜਿਸ ਜਨ ਕੇ ਪੱਲੇ ਸਹੀ ਪੂਰੇ ਸ਼ਾਹ। ਸ਼ਾਹ ਉਹ ਆ ਜੇ ਕੋ ਨਾਮ ਦਾ ਖਜ਼ਾਨਾ, ਜਿਹੜਾ ਨਾਮ ਨੂੰ ਭੁੱਲ ਗਿਆ। ਮਹਾਰਾਜ ਕਹਿੰਦੇ ਕੀ ਆ? ਕਹਿੰਦੇ ਨਾਨਕ ਨਿਰਧਨ ਤਿੱਤ ਦਿਨ ਜਿੱਦਣ ਵਿਸਰੇ ਨਾ ਹੋਏ। ਨਾਮ ਨੂੰ ਭੁੱਲ ਗਏ, ਉਦੋਂ ਆਪਾਂ ਗਰੀਬ ਹੋ ਗਏ। ਆਪਾਂ ਗੁਰਮੁਖ ਪਹਿਲਾਂ ਰੋਡ ਤੇ ਆ ਗਏ ਉਦੋਂ ਹੀ, ਜੇਕਰ ਆਪਾਂ ਉਹ ਨਾਮ ਨੂੰ ਭੁੱਲ ਜਾਂਦੇ। ਸੋ ਆਓ ਸਾਰੇ 5 ਮਿੰਟ ਸ਼ਬਦ ਦਾ ਅਭਿਆਸ ਕਰੇ, ਫਿਰ ਗੁਰਮੁਖ ਪਿਆਰੇ ਪਹੁੰਚ ਗਏ ਨੇ ਆਪਣੇ ਕੋਲ। ਆਪਾਂ ਨੂੰ ਕੀਰਤਨ ਤੇ ਖੁਸ਼ੀ ਨਾਲ ਨਿਹਾਲ ਕਰਨਗੇ। ਸਭ ਨੇ ਸ਼ਬਦ ਦਾ ਅਭਿਆਸ ਜਦੋਂ ਕਰਨਾ, ਉਹ ਅੱਖਾਂ ਬੰਦ ਰੱਖਣੀਆਂ। ਕਾਰਨ ਕੀ ਆ?
कई बार आप सारे सिमरन करते हैं, अक्खां खुलियां होंदियां, बोल रहे हैं वाहिगुरू, ध्यान सज्जे खब्बे आ, पता नहीं किधर तुरया फिर रहा। ध्यान नूं बन्नण वास्ते आप सारे सिमरन करते हैं, बंदगी कर रहे, ध्यान एक चित हो जाए। ठीक है जी। इहड़ा साडा मन आ, ये नेत्रां राहीं, ये कंनां राहीं साडा बाहर जांदा। इन्हां दरवाजे नूं आपां बंद करना सारिਆਂ ने गुरु के शब्द नाल। जदों सिमरन करना सौखा है, असीं अपनी आवाज़ सुनते, तुसीं मेरी सारी आवाज़ सुन रहे हो, तुहाडी सुरती सहज भावे मेरी आवाज़ नूं कैच करी जा रही, तो लोड़ नहीं पई। हुण तुसीं की करना, तुसीं अपनी आवाज़ नूं सुनना। पहले मेरी आवाज़ सुनते सीगे कथा च, हुण तुसीं अपनी आवाज़ सुननी। जो तुसीं अपनी आवाज़ नूं सुनोगे, महाराज कहते धुन, धुन कहते अपनी आवाज़ नूं, कहते धुन में ध्यान, ध्यान में जाणिया गुरमुख अकथ कहानी। जिहड़ी आपां कहानी करदे ने अकथ कहानी कहा, ये तां समझ पेगी आपां नूं अगे खुल के, जे आपां अपनी आवाज़ नूं बड़े ध्यान नाल गुरमंत्र नूं सुनदे हां। कहंदे वाहिगुरू गुरमंत्र जप होवे कोई, जपी तां सही, गुरमंत्र नूं दृढ़ता करिए, आपां देखिए होवे किवें दूर हुंदी है। तो आओ आंदे सवास विच वाहे, जांदे सवास विच गुरु, कहंदे सास गिरास सिमरन। जिन्हों महाराज कहते जिन्ना सास गिरास ना विसरे, हरनामा मन मंत धन से सही नानका सोई पूर्ण संत। उन्होंने संत कहता महाराज नूं सास गिरास सिमरन विसरदा ही नहीं पिया हैगा। लगातार जे आपां चिंता तो रहत होना, सुख लेना है, आपां पढ़दे हां सुखमनी साहिब दी बाणी जी दे विच, कहंदे होए अचिंत वसै सुख नाल, सास गिलास हर नाम समाल। जो तुहानूं सवासां ग्राही दे रहा परमात्मा, हर सवास ते ओहदी मोहर ला के भेजी जाओ। पिता जी ये सवास का मुल नहीं संसार के तुसीं दिता, मैं खर्चा नहीं, आ लो वापस ले लो, अपना जिथों आया आप जमा कराई जाओ। इस धन ने तुहानूं नाम का धन देना अंदरों, जो बराबर हो गया ना, उन्होंने महाराज कहते सतगुर सिखो नाम धन दे गुर का सिख वडभागी है। उदों आपां वडभागे बनांगे जो ये नाम का खजाना आपां लैण दे काबिल हो गए, जो मिल जाता आपां नूं। महाराज नाम रतन जिन पाया दान, तिस जन होए सगल निधान, संतोख आया मन पूरा पाए, फिर मंगना कहा जाए। फिर आपां काल तो मंगांगे नहीं, भीख नहीं मंगांगे, सानूं ये वस्तु दो, ये वस्तु दो। फिर महाराज कहते पुत्त कोई गल नहीं, मैनूं पुत्त किहड़ी चीज़ की लोड़ आ, मैं तैनूं आपे दे दूंगा। कहते सच्चे सुनिया कन दे धीरक दे, सहज सकर पुत्त सहज रख दे दांगे। फिर वो धीरक साडे मन च, संतोख साडे मन च आ जाता। पर आपां खजाना जोड़िए तो सही, जो गुरबाणी भी पढ़नी है आपां, ये नहीं कला सिमरन अपना धन जुड़ता, जो गुरबाणी भी आपां पढ़दे हां बिना फुरनिया बिना विचारां तो, खोज करनी आ। जदों आपां बाणी पढ़नी आ, आपां एक लै लो पंक्ति, महाराज जी किस सचारा होए कि कूड़े टुटे पाल, भी किवें सच नूं मिलीए, किवें कूड़ दी पाल तोड़ीए। कूड़ दी पाल है की आ, लभो खोज करो गुरबाणी विच। सवाल पै गया ना आपां नूं, कूड़ दी पाल है की आ। दूजे पासे लभो हाँ भी परमात्मा ने अनेका नाम दसे गुरबाणी में दृष्टमान दे, लभो किन्ने नाम दिते आ, राम अल्लाह स्वामी ठाकुर बीठले, किन्ने नाम दिते। तुहाडा मन बाहर जा ही नहीं सकदा, क्योंकि आपां गुरबाणी खोज के नहीं पढ़ते है, आपां उदां ही पढ़ी जा रहे उत्तों उत्तों। इस करके अपना मन भजदा सारिआं दा गुरबाणी पढ़न तो। आपां पढ़ के देखिए गुरु को, इहदा आनंद ही इहो जिहा, जो तुहानूं कोई बुलाएगा आपां सिर्फ इशारा करेंगे गुरु का पासे हो जा, मैं कोई लभदा पिया महाराज दी बाणी दे विच। लभने वाला साडा मन आ, ते मन नूं गुर शब्द द्वारा गुरमंत्र द्वारा आपां थिर कर सकते हैं। सो आओ नेत्र बंद करके आंदे सवास विच वाहे, जांदे सवास च गुरु, अपनी आवाज़ नूं बड़े ध्यान नाल सुनना, ये आवाज़ जांदी कित्थे पई आ। आओ शुरू करो। सारिआं नूं बेनती आ कि नेत्र बंद करने, करना नहीं करना अपनी मर्जी, अपने हाल की घड़ी आपां संगत रूपी बैठे हैं। आपां तरीका है ये सास गड़ा सिमरन आ, जिन्हां से अपने मन को कंट्रोल कर सकते हैं, सुख दे सकते हैं। आओ सारे करो शुरू जी। वाहिगुरू 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 वाहिगुरू
ਦਰਵਾਜ਼ੇ 'ਚ ਗੰਦਗੀ ਪੈਂਦੀ ਆ, ਆਪਾਂ ਇਹ ਘਰ ਛੱਡਣਾ ਜੀ। ਹੋਰ ਅੰਤਰਗਤ ਹੋ ਜਾਓ, ਮੁਖ ਤੋਂ ਬੋਲਣਾ ਬੰਦ ਕਰ ਦਿਓ ਹੌਲੀ ਹੌਲੀ। ਜਿਵੇਂ ਆਪਾਂ ਨੂੰ ਸਵਾਸ ਆ ਰਹੇ, ਸਵਾਸਾਂ ਦੇ ਨਾਲ ਨਾਲ ਚੱਲੋ। ਆਂਦੇ ਸਵਾਸ ਵਿੱਚ ਵਾਹੇ, ਜਾਂਦੇ ਵਿੱਚ ਗੁਰੂ। ਬਿਲਕੁਲ ਸੁਣਨ ਵਕਤ ਜੇ ਆਵਾਜ਼ ਨਾ ਆਵੇ, ਇੰਨੀ ਸ਼ਾਂਤੀ ਹੋ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਦੇ ਹਾਂ, ਆਪਣੀ ਸੁਰਤੀ ਇੱਕ ਚਿੱਤ ਹੋ ਜਾਂਦੀ। ਸਾਵਧਾਨੀ ਕਿਤੋਂ ਵਰਤੀ ਆਪਾਂ? ਕਾਮ, ਕ੍ਰੋਧ, ਲੋਭ, ਹੰਕਾਰ ਦੇ ਵਿਚਾਰਾਂ। ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਕਾਗਰਚਿਤ। ਕਾਗਰਚਿਤ ਕਿਵੇਂ ਹੋਏ ਆਪਾਂ? ਜਦੋਂ ਅਸੀਂ ਆਪਣੇ ਗੁਰੂ ਦੇ ਸ਼ਬਦ ਨੂੰ ਸੁਣ ਲਿਆ ਧਿਆਨ ਨਾਲ, ਕਾਮ, ਕ੍ਰੋਧ, ਹੰਕਾਰ ਦਾ ਕੋਈ ਵਿਚਾਰ ਸੋਚ ਨਹੀਂ ਆਉਣ ਦਿੱਤੀ, ਆਪਾਂ ਇੱਕ ਚਿੱਤ ਹੋ। ਇੱਕ ਚਿੱਤ ਬੰਦਾ ਕੋਈ ਵੀ ਕੰਮ ਕਰ ਸਕਦਾ ਹੈ। ਜਦੋਂ ਆਪਾਂ ਇੱਕ ਚਿੱਤ ਹੋ ਕੇ ਬਾਣੀ ਪੜਾਂਗੇ, ਆਪਾਂ ਸੋਝੀ ਮਿਲੇਗੀ ਵੀ ਮਹਾਰਾਜ ਆਪਾਂ ਨੂੰ ਕੀ ਉਪਦੇਸ਼ ਕਰੇ। ਰੋਜ਼ ਨਿਤਨੇਮ ਦੀ ਬਾਣੀਆਂ ਪੜ੍ਹਦੇ ਆਪਾਂ, ਉਸ 'ਚ ਆਪਾਂ ਨੂੰ ਉਪਦੇਸ਼ ਹੁੰਦਾ ਵੀ ਸਾਚ ਕਹੂੰ ਸੁਲਿਓ ਸਵੇ ਜਿਨ ਪ੍ਰੇਮ ਕੀਓ ਇਨੇ ਪ੍ਰਭ ਪਾਇਓ। ਫਿਰ ਆਪਾਂ ਸੋਝੀ ਮਿਲੇਗੀ ਵੀ ਸਾਰਾ ਤਾਂ ਪਰਮਾਤਮਾ ਦਾ ਹੀ ਰੂਪ ਆ, ਜੋ ਦਿਸੇ ਸੋ ਤੇਰਾ ਰੂਪ, ਮੈਂ ਦੁਬਦਾ ਕਿੰਨਾ ਕਰਦਾ ਪਿਆ। ਫਿਰ ਆਪਾਂ ਸਮਝਾਉਂਦੇ ਵੀ ਇਹ ਨੇਤਰੋ ਮੇਰੇ ਹਰ ਤੁਮੇ ਜੋਤ ਧਰੀ, ਹਰ ਵੀ ਨ ਵਰਨਾ ਦੇਖੋ ਕੋਈ। ਹਰ ਵੀ ਨ ਵਰਨਾ ਦੇਖੋ ਕੋਈ, ਨਦਰੀ ਹਰ ਨੇ ਹਲਿਆ। ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਾਰਾ ਸੰਸਾਰ ਪਰਮੇਸ਼ਰ ਰੂਪ ਦਿਖੇਗਾ ਆਪਾਂ ਸਾਰਿਆਂ ਨੂੰ। ਇਹ ਜੀਵਨ ਦਾ ਪ੍ਰੈਕਟੀਕਲ ਆਪਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ। ਦੇਖੋ ਮਹਾਰਾਜ ਨੇ ਅੰਤ ਸਮੇਂ 'ਚ ਆਪਾਂ ਦੇ ਹੁਣ ਕਰਤਾਰਪੁਰ ਸਾਹਿਬ ਦੇ ਦਰ ਖੁੱਲ ਗਏ ਹਨ। ਆਪਾਂ ਨੂੰ ਉਸ ਧਰਤੀ ਦਾ ਸੰਗ ਕਰਨ ਦਾ ਮੌਕਾ ਮਿਲੇਗਾ ਜਿੱਥੇ ਮਹਾਰਾਜ ਅਖੀਰਲੇ ਸਮੇਂ 'ਚ ਆ ਕੇ ਖੇਤੀ ਕੀਤੀ, ਕਿਰਤ ਕੀਤੀ, ਨਾ ਸਮਝਾਇਆ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਆਪਾਂ ਨੇ ਇਹ ਸੇਧ ਲੈਣੀ ਆ ਵੀ ਮਹਾਰਾਜ ਨੇ ਕਿਰਤ ਦੇ ਨਾਲ ਨਾਲ ਸਿਮਰਨ ਵੀ ਕੀਤਾ। ਹਰ ਹਰ ਨਿਤ ਜਪੋ ਜਿਉ ਲਾ ਕਟਿਓ ਦਿਹਾੜੀ। ਇਹ ਸੰਸਾਰੀ ਦਿਹਾੜੀਆਂ ਆਪਾਂ ਕਰਨੀਆਂ, ਗ੍ਰਸਤ ਵਿੱਚ ਰਹਿਣਾ, ਪਰ ਜੇ ਨਾਲ ਨਾਲ ਤੁਹਾਡਾ ਸਿਮਰਨ ਨਹੀਂ ਚੱਲਦਾ ਪਿਆ ਹੈ, ਵਾਹਿਗੁਰੂ ਵਾਹਿਗੁਰੂ ਨਹੀਂ ਚੱਲਦਾ ਪਿਆ, ਫਿਰ ਉਹ ਦਿਹਾੜੀ ਤੁਹਾਨੂੰ ਦ੍ਰਿਸ਼ਟਮਾਨ ਦੀ ਮਿਲਣੀ, ਦੂਜੀ ਨਹੀਂ ਮਿਲਣੀ। ਤੇ ਗੁਰੂ ਦੀ ਦਿਹਾੜੀ ਆਪਾਂ ਕਿਹੜੀ ਲਾ ਰਹੇ ਹਾਂ? ਫਿਰ ਕਦੀ ਨਹੀਂ ਵਿਚਾਰਦੇ। ਸੋ ਕੋਸ਼ਿਸ਼ ਕਰੋ, ਇਹ ਸਾਰਾ ਹੀ ਖਜ਼ਾਨਾ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਹੈਗਾ ਦਰਜ। ਗੁਰਮੁਖਾਂ ਦਾ, ਗੁਰਸਿੱਖਾਂ ਦਾ ਸੰਗ ਕਰਿਆ ਕਰੋ, ਜਿਹੜੇ ਤੁਹਾਨੂੰ ਤੁਹਾਡੇ ਗੁਰੂ ਦੀ ਗੱਲ ਸੁਣਾ ਕੇ ਤੁਹਾਡੇ ਗੁਰੂ ਨਾਲ ਜੋੜਦੇ। ਅਸੀਂ ਵੀ ਗੁਰਮੁਖਾਂ ਦਾ ਸੰਗ ਕੀਤਾ ਤਾਂ ਸਾਨੂੰ ਭੇਤ ਆਇਆ ਵੀ ਗੁਰੂ ਸਾਹਿਬ ਸਾਨੂੰ ਇੰਨਾ ਖਜ਼ਾਨਾ ਦੇ ਕੇ ਗਏ ਆ। ਐਸੇ ਗੁਰਮੁਖ ਪਿਆਰੇ ਭਾਈ ਸਾਹਿਬ, ਭਾਈ ਸੇਵਾ ਸਿੰਘ ਤਰਮਾਲਾ, ਜਿਨ੍ਹਾਂ ਗੁਰਮੁਖਾਂ ਨੇ ਆਪ ਸ਼ਬਦ ਦੀ ਖੋਜ ਕੀਤੀ, ਗੁਰੂ ਸਾਹਿਬ ਦੇ ਆਖੇ ਲੱਗ ਕੇ ਗੁਰੂ ਵਾਲੇ ਬਣੇ, ਸ਼ਬਦ ਦਾ ਅਭਿਆਸ ਕੀਤਾ, ਬਾਣੀ ਪੜ੍ਹ ਕੇ ਵਿਚਾਰੇ ਪ੍ਰੈਕਟੀਕਲ ਕੀਤਾ। ਉਹ ਆਪਾਂ ਨੂੰ ਦੱਸ ਕੇ ਚਲੇ ਗਏ ਵੀ ਗੁਰੂ ਗੁਰੂ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਸਾਡੇ ਗੁਰੂ ਤੋਂ ਬਗੈਰ ਕੋਈ ਨਹੀਂ ਹੈਗਾ। ਜੋ ਖਜ਼ਾਨਾ ਆਪਾਂ ਨੂੰ ਗੁਰੂ ਸਾਹਿਬ ਦੇ ਕੇ ਗੁਰਮੁਖੋ ਜੀ ਇਹਦੀ ਸਾਂਭ ਕਰ ਲਈਏ ਨਾ, ਤਾਂ ਸਾਤੇ ਮਹਾਰਾਜ ਖੁਸ਼ ਹੋ ਜਾਣਗੇ। ਇਹ ਜੀਵਨ ਆਪਣਾ ਧਨ ਹੋ ਜਾਏਗਾ ਜੇ ਅਸੀਂ ਆਪਣੇ ਗੁਰੂ ਦਾ ਮਿਸ਼ਨ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਤ ਨਾਨਕ ਤਾਰੇ ਸੋਏ। ਗੁਰੂ ਦਾ ਸਿੱਖ ਐਸੇ ਮਨ ਦੀ ਅਵਸਥਾ ਬਣ ਜਾਵੇ। ਸੋ ਆਓ ਇੰਨਾ ਸਮਾਂ ਪ੍ਰਵਾਨ ਕਰਨਾ। ਇਹ ਪ੍ਰੋਗਰਾਮ ਅੱਗੇ ਚੱਲਦੇ ਨੇ, ਟੋਰਾਂਟੋ ਵਿੱਚ ਵੀ ਚੱਲਦੇ ਨੇ, ਲਸਾਲ ਗੁਰੂ ਘਰ ਵੀ ਚੱਲਦੇ ਨੇ। ਲਸਾਲ ਗੁਰੂ ਘਰ 5 ਤੋਂ 6 ਹਰ ਰੋਜ਼ ਸਵੇਰੇ ਭਾਈ ਸੰਤੋਖ ਸਿੰਘ ਖੇਲਾ ਜੀ ਅਭਿਆਸ ਕਰਾਉਂਦੇ ਨੇ। ਜੇ ਕੋਈ ਤੁਹਾਡਾ ਸਾਥੀ ਹੈ ਤਾਂ ਉਹਨਾਂ ਨੂੰ ਜ਼ਰੂਰ ਬੇਨਤੀ ਕਰੋ, ਭਾਈ ਲਾਹਾ ਲਓ। ਟੋਰਾਂਟੋ ਵਿੱਚ ਕੋਈ ਗੁਰਮੁਖ ਨੇ, ਉਹਨਾਂ ਨੂੰ ਦੱਸਿਓ, ਉੱਥੇ ਆਪਣੇ ਗੁਰਮੁਖ ਪਿਆਰੇ ਨੇ ਸਾਰੇ, ਉੱਥੇ ਅਭਿਆਸ ਕਰਾਉਂਦੇ ਨੇ। ਨਿਊਯਾਰਕ ਦੇ ਵਿੱਚ ਕੈਂਪ ਲੱਗ ਰਿਹਾ 25 ਤਰੀਕ ਲਈ 31 ਤਰੀਕ ਤੱਕ ਦਸੰਬਰ ਦੇ ਵਿੱਚ। ਜਿਨ੍ਹਾਂ ਗੁਰਮੁਖਾਂ ਦਾ ਕੋਈ ਸਾਥੀ ਹੈ ਜ਼ਰੂਰ ਦੱਸਿਓ।
ਵੀ ਪਰਮਣ ਨੇ ਕਾ ਚਾਓ ਗੁਰਮੁਖ ਉੱਥੇ ਸਤਿਗੁਰਾਂ ਦੀ ਕਿਰਪਾ ਨਾਲ ਕੈਂਪ ਲਾਰੇ 7 ਦਿਨ ਦਾ। ਜਿਹੜੇ ਗੁਰਮੁਖ ਨੂੰ ਸ਼ਬਦ ਦੀ ਵਿਚਾਰ ਦੇ ਕੁਝ ਸਮਝ ਨਹੀਂ ਲੱਗੀ, ਉਹ ਬਾਹਰ ਸਮਾਪਤੀ ਸਾਨੂੰ ਕੁਝ ਵੀ ਪੁੱਛ ਸਕਦੇ ਗੁਰਬਾਣੀ ਅਨੁਸਾਰ ਕਿ ਭਾਈ ਸਾਹਿਬ ਆਪਾਂ ਇਹ ਗੱਲ ਕਰਦੇ ਪਏ ਸੀਗੇ, ਸਾਨੂੰ ਸਮਝ ਨਹੀਂ ਆਈ, ਦੁਬਾਰਾ ਦੱਸ ਦਿਓ। ਆਪਾਂ 1 ਘੰਟਾ 2 ਘੰਟੇ ਲਾਵਾਂਗੇ, ਫਿਰ ਸਮਝਾਂਗੇ ਕਿ ਸਾਰੇ ਆਪਾਂ ਸਿੱਖਣ ਆਏ ਇੱਥੇ। ਸਿੱਖੀ ਸਿੱਖਿਆ ਗੁਰ ਵਿਚਾਰ, ਆਪਾਂ ਸਿੱਖਣ ਵਾਸਤੇ ਆਏ ਹਾਂ। ਆਪਾਂ ਬਾਬਾ ਪੁੱਛਾਂਗੇ ਮਹਾਰਾਜ ਨੂੰ ਕਿ ਮਹਾਰਾਜ ਦਾ ਹੱਲ ਨਹੀਂ ਲੱਭਾ, ਦੱਸੋ ਕਿਵੇਂ ਹੱਲ ਕਰੀਏ। ਇਸ ਕਰਕੇ ਸਤਿਗੁਰ ਪਾਸ ਹਰ ਬਾਤ ਪੁੱਛੇ, ਜਿਨੇ ਨਾਮ ਪਦਾਰਥ ਪਾਇਆ ਪਾਏ ਲਗੁਨਿਤ ਕਰੋ ਬਨੰਤੀ ਗੁਰ ਸਤਿਗੁਰ ਪੰਥ ਬਤਾਇਆ। ਆਪਾਂ ਰਸਤਾ ਦੱਸਦੇ ਪਏ ਮਹਾਰਾਜ ਆਪਣੇ ਜੀਵਨ ਦਾ। ਸੋ ਕੋਸ਼ਿਸ਼ ਕਰੋ, ਇਸ ਮਨ ਦੀ ਖੋਜ ਕਰੋ, ਬਾਣੀ ਦੀ ਖੋਜ ਕਰੋ, ਤਾਂ ਕਿ ਅਸੀਂ ਆਪਣੇ ਪਿਤਾ ਆਪਣੇ ਮੂਲ ਨੂੰ ਮਿਲ ਸਕੀਏ। ਆਓ ਅਗਲਾ ਪ੍ਰੋਗਰਾਮ ਆਪਾਂ ਗੁਰੂ ਸਰਵਣ ਕਰਦੇ ਹਾਂ, ਵਿਚਾਰ ਕਰਦੇ ਹਾਂ ਕਿ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਤੇ ਗੁਰੂ ਸਾਹਿਬ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜਦੋਂ ਤੱਕ ਗੁਰਮੁਖ ਆਉਂਦੇ ਨੇ ਆਪਾਂ ਫਿਰ ਸਿਮਰਨ ਤੇ ਜੁੜੀਏ ਜੀ। ਵਾਹਿਗੁਰੂ 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 Guru
ਕਰਦੇ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗੋ ਜਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਕੋਲ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਇੱਕ ਵਾਰੀ ਮਨਾਂ ਨੂੰ ਫਿਰ ਦੁਆਰਾ ਪਵਿੱਤਰ ਕਰੀਏ, ਸੀਸ ਝੁਕਾਈਏ ਸਤਿਗੁਰਾਂ ਦੇ ਚਰਨਾਂ ਵਿੱਚ ਤੇ ਗੱਜ ਵੱਜ ਕੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਮੂਹ ਸੰਗਤ ਨੂੰ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਿਨ੍ਹਾਂ ਦਾ 550ਵਾਂ ਜਨਮ ਦਿਹਾੜਾ ਮਨਾ ਰਹੇ ਹਾਂ, ਆਪ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਆਪਾਂ ਇੱਥੇ ਗੁਰੂ ਘਰ ਪਹੁੰਚੇ ਹਾਂ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਦੇ ਲਈ। ਅੱਜ ਇੱਥੋਂ ਆਪਾਂ ਕੁਝ ਨਾ ਕੁਝ ਸਿੱਖ ਕੇ ਜਾਣਾ। ਸੋ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਪਿਆਰ ਦਾ ਸਬੂਤ ਦਿੰਦੇ ਰਹਿਣਾ। ਹੁਣ ਗੁਰਮੁਖ ਪਿਆਰੇ ਆਪਾਂ ਨੂੰ 20 ਮਿੰਟ ਦੇ ਲਈ ਤੁਹਾਡੇ ਵਾਰਾਂ ਦਾ ਨਿਹਾਲ ਕਰਨਗੇ। ਇਸੇ ਤਰ੍ਹਾਂ ਆਪਾਂ ਬੜੇ ਪਿਆਰ ਦੁਆਰਾ ਪਿਆਰ ਦਾ ਸਬੂਤ ਦਿੰਦੇ ਹੋਏ ਇਹਨਾਂ ਕੋਲ 20 ਮਿੰਟ ਲਈ ਤੁਹਾਡੇ ਵਾਰਾਂ ਸਰਵ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਪੀਰਾਂ ਦਾ ਪੀਰ ਆ ਗਿਆ, ਸੁਣ ਕੇ ਪੁਕਾਰ ਜਗ ਦੀ। ਗੁਰੂ ਨਾਨਕ ਪੀਰਾਂ ਦਾ ਪੀਰ ਆ ਗਿਆ, ਸੁਣ ਕੇ ਪੁਕਾਰ ਜਗ ਦੀ। ਗੁਰੂ ਨਾਨਕ ਪੀਰਾਂ ਦਾ ਪੀਰ ਆ ਗਿਆ, ਸੁਣ ਕੇ ਪੁਕਾਰ ਜਗ ਦੀ। ਗੁਰੂ ਨਾਨਕ ਪੀਰਾਂ ਦਾ ਪੀਰ ਆ ਗਿਆ, ਸੁਣ ਕੇ ਪੁਕਾਰ ਜਗ ਦੀ। ਤਾਰ ਮੂਰਤੀ ਅਕਾਲ ਆਇਆ ਆਪ ਸੀ, ਜਦੋਂ ਦੁਨੀਆ ਤੇ ਛਾਇਆ ਘੋਰ ਪਾਪ ਸੀ। ਜਦੋਂ ਦੁਨੀਆ ਤੇ ਛਾਇਆ ਘੋਰ ਪਾਪ ਸੀ। ਤਾਰ ਮੂਰਤੀ ਅਕਾਲ ਆਇਆ ਆਪ ਸੀ, ਜਦੋਂ ਦੁਨੀਆ ਤੇ ਛਾਇਆ ਘੋਰ ਪਾਪ ਸੀ। ਤਾਰ ਮੂਰਤੀ ਅਕਾਲ ਆਇਆ ਆਪ ਸੀ। ਵੱਡੇ ਵੱਡੇ ਰਾਜੇ, ਵੱਡੇ ਵੱਡੇ ਰਾਜੇ, ਵੱਡੇ ਵੱਡੇ ਰਾਜੇ ਸ਼ਾਹੂਕਾਰ ਆਣ ਕੇ ਪੂਰੀ ਹੋਏ ਉਹਦੇ ਪੈਰਾਂ ਦੀ। ਗੁਰੂ ਨਾਨਕ ਪੀਰਾਂ ਦਾ ਪੀਰ ਆ ਗਿਆ, ਸੁਣ ਕੇ ਪੁਕਾਰ
ਤਾਰਨ ਸੀ ਡੁੱਬਦੇ ਜ਼ਮਾਨੇ ਨੂੰ ਨਾਲ ਲਿਆ ਪਾਈ ਵਾਲੇ ਮਰਦਾਨੇ ਨੂੰ ਨਾਲ ਲਿਆ ਪਾਈ ਵਾਲੇ ਮਰਦਾਨੇ ਨੂੰ ਚੱਲੇ ਤਾਰਨ ਸੀ ਡੁੱਬਦੇ ਜ਼ਮਾਨੇ ਨੂੰ ਨਾਲ ਲਿਆ ਪਾਈ ਵਾਲੇ ਮਰਦਾਨੇ ਨੂੰ ਨਾਲ ਚੱਲੇ ਸੀ ਡੁੱਬਦੇ ਜ਼ਮਾਨੇ ਨੂੰ ਚੋਰ ਭੂਮੀਏ ਦੀ ਚੋਰ ਭੂਮੀਏ ਦੀ ਜੋਰ ਭੂਮੀ ਦੀ ਵਿਗੜੀ ਬਣਾ ਗਿਆ ਨਾਲ ਹੀ ਸਜਣ ਖਾਦਦੀ ਗੁਰੂ ਨਾਨਕ ਪੀਰਾਂ ਦਾ ਪੀਰ ਆ ਗਿਆ ਸੁਣ ਕੇ ਪੁਕਾਰ ਜਗਦੀ ਗੁਰੂ ਨਾਨਕ ਪੀਰਾਂ ਦਾ ਪੀਰ ਆ ਗਿਆ ਸੁਣ ਕੇ ਪੁਕਾਰ ਜਗਦੀ ਉਹਦੇ ਚਰਨਾਂ ਦੇ ਨਾਲ ਜਿਹੜਾ ਹੋ ਗਿਆ ਕੋੜੇ ਰਿੱਖੀਆਂ ਚੋਂ ਮਿੱਠਾ ਰਸ ਹੋ ਗਿਆ ਉਹਦੇ ਰਿੱਖਿਆਂ ਚੋਂ ਮਿੱਠਾ ਰਸ ਚੋ ਗਿਆ ਉਹਦੇ ਚਰਨਾਂ ਦੇ ਨਾਲ ਜਿਹੜਾ ਸੋ ਗਿਆ ਉਹਦੇ ਚਰਨਾਂ ਦੇ ਨਾਲ ਜਿਹੜਾ ਹੋ ਗਿਆ ਉਹਦੇ ਰਿੱਖਿਆਂ ਚੋਂ ਮਿੱਠਾ ਰਸ ਚੋ ਗਿਆ ਉਹਦੇ ਚਰਨਾਂ ਦੇ ਨਾਲ ਜਿਹੜਾ ਹੋ ਗਿਆ ਉਹਦੇ ਰਿੱਖਿਆਂ ਚੋਂ ਮਿੱਠਾ ਰਸ ਸੋ ਗਿਆ ਫੁੱਲ ਗਿਰਦੇ ਉਹ ਮਨ ਦੇ ਮੁਖ ਤੋਂ ਬਾਣੀ ਹੈ ਪਿਆਰੀ ਲੱਗਦੀ ਗੁਰੂ ਨਾਨਕ ਪੀਰਾਂ ਦਾ ਪੀਰ ਆ ਗਿਆ ਸੁਣ ਕੇ ਪੁਕਾਰ ਜਗਦੀ ਗੁਰੂ ਨਾਨਕ ਪੀਰਾਂ ਦਾ ਪੀਰ ਆ ਗਿਆ ਸੁਣ ਕੇ ਪੁਕਾਰ ਜਗਦੀ ਗੁਰੂ ਨਾਨਕ ਪੀਰਾਂ ਦਾ ਪੀਰ ਆ ਗਿਆ ਸੁਣ ਕੇ ਪੁਕਾਰ ਜਗਦੀ ਹੋ ਗੁਰੂ ਸਾਹਿਬਾਨ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਆਓ ਸਾਰੀ ਕਰੀਏ ਜੀ ਰਸਨਾ ਨੂੰ ਪਵਿੱਤਰ ਸਾਰੀ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਫਰਸਟ ਆਫ ਆਲ ਸਾਰੀ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550th ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਤੇ ਆਪਾਂ ਗੁਰਮੁਖਾਂ ਪਾਸੋਂ ਗੁਰਬਾਣੀ ਗੁਰੂ ਦੇ ਬਚਨ ਸਰਵਣ ਕਰਦੇ ਸੀ ਕਿਵੇਂ ਪਾਤਸ਼ਾਹ ਦੇ ਕਿਵੇਂ ਗੁਰਮੁਖ ਜਨਾਂ ਦੀ ਮਹਿਮਾ ਹੁੰਦੀ ਹੈ ਸੰਸਾਰ ਵਿੱਚ ਤੇ ਆਪਾਂ ਸਾਰੇ ਮਹਿਮਾ ਸਰਵਣ ਕਰਦੇ ਸੀਗੇ। ਮਹਾਰਾਜ ਸਮਝਾਉਣਾ ਕਰਦੇ ਨੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕੇ ਸੰਗ ਚਿਤ ਆਵੇ ਨਾ ਆਪ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮਹਾਰਾਜ ਸਮਝਾਉਣਾ ਕਰਦੇ ਨੇ ਜਿਹੜੇ ਉਸ ਪਰਮਾਤਮਾ ਦੇ ਜਨ ਹੁੰਦੇ ਨੇ ਜੋ ਆਪ ਉਸ ਨਿਰੰਕਾਰ ਦਾ ਹੀ ਰੂਪ ਹਨ ਉਹ ਇਸ ਸੰਸਾਰ ਦੇ ਵਿੱਚ ਇੱਕ ਮਕਸਦ ਲੈ ਕੇ ਆਉਂਦੇ ਨੇ। ਉਹ ਮਕਸਦ ਹੈ ਆਪਣੇ ਭੁੱਲੇ ਹੋਏ ਜੀਆਂ ਨੂੰ ਸਮਝਾਉਣਾ ਅਸਲੀ ਮਾਰਗ ਦੱਸਣਾ ਜਿਹਨੂੰ ਗੁਰੂ ਸਾਹਿਬ ਦਾਦੇ ਧੰਨ ਧੰਨ ਹਰ ਜਨ ਜਿਨ ਹਰ ਪ੍ਰਭ ਜਾਤਾ ਉਹ ਆਪ ਤੋਂ ਉਸ ਨਿਰੰਕਾਰ ਨੂੰ ਜਾਣਦੇ ਹੁੰਦੇ ਨੇ ਲੇਕਿਨ ਸਾਡੇ ਭੁੱਲੇ ਹੋਏ ਜੀਵਾਂ ਵਾਸਤੇ ਉਹ ਸੰਸਾਰ ਵਿੱਚ ਆਉਂਦੇ ਨੇ ਸਮਝਾਉਣ ਵਾਸਤੇ ਕਿ ਤੁਸੀਂ ਵੀ ਇਸ ਸੰਸਾਰ ਦੇ ਵਿੱਚ ਸਿਰਫ ਇੱਕ ਮਕਸਦ ਦੇ ਨਾਲ ਆਏ ਹੋ। We have all come here with one mission ਤੇ ਉਹ ਮਿਸ਼ਨ ਆਪਾਂ ਸਾਰੇ ਪੜ੍ਹਦੇ ਹਾਂ ਮਿਲ ਜਗਦੀਸ਼ ਮਿਲਨ ਕੀ ਬਰਿਆ ਚਿਰੰਕਾਲ ਇਹ ਦੇਸ ਦਰਿਆ। ਮਹਾਰਾਜ ਸਮਝਾਉਣਾ ਕਰਦੇ ਨੇ ਕਿ we have all come into this world with one mission and that mission is to reunite with Paramatma whom has no shape, no color, no form। ਤੇ ਮਹਾਰਾਜ ਆਪਾਂ ਨੂੰ ਗੁਰਬਾਣੀ ਰਾਹੀਂ ਸਮਝਾਉਣਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਮਝਾਉਣਾ ਕਰਦੇ ਨੇ ਉਸ ਨਿਰੰਕਾਰ ਦਾ ਕੋਈ ਰੂਪ ਰੰਗ ਰੇਖ ਭੇਖ ਜਾਤ ਪਾਤ ਨਹੀਂ। ਤੇ ਆਪਾਂ ਸਾਰੇ ਜਾਪ ਸਾਹਿਬ ਪੜ੍ਹਦੇ ਹਾਂ ਤੇ ਉਹਦੇ ਵਿੱਚ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹੀਂ ਜੇ रूप रंग और रेख भेख को कह न सकत के अचल मूरत अनुभव प्रकाश अमितोज कही जे। महाराज समझाउणा करदे ने जेनू मिलन वास्ते तुसीं संसार विच आए हो जिन्हां नूं मिलन वास्ते तुहानूं इह मानस जामा बख्शिश कीता है जिन्हों आपां सारे पढ़दे हां भई प्रापत मानुख देहरिया गोबिंद मिलन की इह तेरी बरिया। उस गोबिंद दा सानूं ज्ञान करवाउंदे ने कि ओहदा कोई रूप रंग रेख भेख नहीं ते नाल ही नाल महाराज सानूं समझाउणा करदे ने उस गोबिंद उस निरंकार उस वाहिगुरू तो तुसीं विछड़े होए हो।
Maharaj tells us that we are all separated from our own Father, from Paramatma, from Vaheguru. ਤੇ ਜਦੋਂ ਮੈਂ ਗੁਰਮੁਖਾਂ ਨੇ ਪੁੱਛਿਆ ਕਿ ਨੇ ਕਿੱਦਾਂ ਸਾਡਾ ਤੋਂ ਉਸ ਨਿਰੰਕਾਰ ਦਾ ਵਿਛੋੜਾ ਹੋਇਆ, ਕਿਉਂਕਿ ਵਿਛੋੜੇ ਨੂੰ ਤਾਂ ਆਪਾਂ ਸਾਰੇ ਪੜ੍ਹਦੇ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ, ਕਿ ਨੇ ਕਈ ਯੁੱਗਾਂ ਤੋਂ ਵਿਛੜੇ ਹੋਏ ਨੇ, ਕਿ ਤੁਸੀਂ ਆਪ ਹੀ ਸਾਨੂੰ ਦੱਸੋ ਅਸੀਂ ਵਿਛੜੇ ਕਿੱਦਾਂ। ਤੇ ਉਹੀ ਕਹਾਣੀ ਗੁਰਮੁਖ ਜਨ ਸਾਨੂੰ ਹੁਣੇ ਸਮਝਾ ਰਹੇ ਸੀ। ਆਪਾਂ ਸਾਰੇ ਵਿਛੜੇ ਹਾਂ ਉਸ ਸੱਚ, ਉਸ ਨਿਰੰਕਾਰ ਤੋਂ, ਆਪਣੇ ਵਿਚਾਰਾਂ ਕਰਕੇ, ਇਸ ਮਾਇਆ ਕਰਕੇ। ਇਸ ਮਾਇਆ ਨੇ ਸਾਡੇ ਮਨਾਂ ਨੂੰ ਭੁਲਾਤਾ ਉਸ ਨਿਰੰਕਾਰ ਦਾ ਚਿਹਰਾ, ਇਸ ਮਾਇਆ ਨੇ ਸਾਨੂੰ ਭੁਲਾਤਾ ਉਸ ਨਿਰੰਕਾਰ ਦੀ ਆਵਾਜ਼। ਤਾਂ ਕਰਕੇ ਆਪਾਂ ਸੰਸਾਰ ਚ ਸਾਨੂੰ ਚੇਤਾ ਭੁੱਲ ਗਿਆ ਕਿ ਅਸੀਂ ਇਸ ਨਿਰੰਕਾਰ ਨੂੰ ਮਿਲਣਾ ਵੀ ਹੈ, ਸਾਨੂੰ ਉਸ ਨਿਰੰਕਾਰ ਦੀ ਆਵਾਜ਼ ਚੇਤੇ ਭੁੱਲ ਗਈ। ਤੇ ਹੁਣ ਗੁਰਮੁਖ ਜਨ ਸਾਨੂੰ ਗੁਰਬਾਣੀ ਰਾਹੀਂ ਸਮਝਾਣਾ ਕਰਦੇ ਨੇ ਕਿ ਉਸ ਨਿਰੰਕਾਰ ਦੀ ਆਵਾਜ਼ ਨੂੰ ਨਾਮ ਕਹਿੰਦੇ ਨੇ। ਉਸ ਨਿਰੰਕਾਰ ਦੀ ਆਵਾਜ਼ ਤੂੰ ਹੈ, ਤੁਸੀਂ ਉਹਨੂੰ ਸੁਣੋ। ਉਹਨੂੰ ਸੁਣਨ ਦੇ ਨਾਲ ਸਾਡਾ ਮਿਲਾਪ ਸੱਚ ਨਾਲ ਹੋ ਸਕਦਾ ਹੈ। ਸੋ ਗੁਰਬਾਣੀ ਨੂੰ ਸਾਨੂੰ ਦੱਸਦੇ ਨੇ ਕਿ ਜਿਹੜੀ ਮਾਇਆ ਨੇ ਸਾਨੂੰ ਉਸ ਨਿਰੰਕਾਰ ਤੋਂ ਵਿਛੋੜਿਆ ਹੈ, ਉਹ ਮਾਇਆ ਸਾਡੀ ਸੋਚਾਂ ਨੂੰ ਕਹਿੰਦੇ ਆ। ਦਿਸ ਮਾਇਆ ਇਜ਼ ਨੋਨ ਐਜ਼ ਆਰ ਥਾਟਸ। ਇਸ ਮਾਇਆ ਨੂੰ ਸਤੋ ਗੁਣੀ ਹੱਟ ਦੇ ਵਿਚਾਰ, ਰਜ ਗੁਣ ਤਮ ਗੁਣ ਹੱਟ ਦੇ ਵਿਚਾਰ, ਜਿਸ ਦੇ ਵਿੱਚ ਸਾਨੂੰ ਕਈ ਵਾਰੀ ਚੰਗੇ ਵਿਚਾਰ ਆਉਂਦੇ ਨੇ, ਕਈ ਵਾਰੀ ਸਾਨੂੰ ਵਿਚਾਰ ਆਉਂਦੇ ਰਜ ਗੁਣ ਹੱਟ ਦੇ, which has hopes, desire, tension, fear, anxiety. And Tamagun Hat Vichar consists of lust, anger, ego, greed, attachment. ਤੇ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਇਹ ਵਿਚਾਰ ਹੈ, ਇਹ ਮਾਇਆ ਹੈ। ਇਸ ਮਾਇਆ ਨੇ ਤੁਹਾਨੂੰ ਉਸ ਨਿਰੰਕਾਰ ਤੋਂ ਦੂਰ ਕੀਤਾ ਹੋਇਆ, ਜਿਹਨੂੰ ਆਪਾਂ ਸਾਰੇ ਪੜ੍ਹਦੇ ਹਾਂ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਹੁਣ ਗੁਰੂ ਸਾਹਿਬ ਦੱਸਦੇ ਨੇ ਜੇ ਤੁਸੀਂ ਉਸ ਨਿਰੰਕਾਰ ਨੂੰ ਮਿਲਣਾ ਚਾਹੁੰਦੇ ਹਾਂ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਸੰਗਤ 'ਚ ਆਉਣਾ ਪੈਣਾ, ਕਿਉਂਕਿ ਸੰਗਤ ਇੱਕ ਸਕੂਲ ਹੈ। ਜਿਵੇਂ ਗੁਰਮੁਖ ਸਾਨੂੰ ਸਮਝਾ ਰਹੇ ਸੀਗੇ, ਸੰਗਤ ਵਿੱਚ ਆ ਕੇ ਗੁਰਬਾਣੀ ਗੁਰੂ ਰਾਹੀਂ ਸਾਨੂੰ ਗਿਆਨ ਕਰਵਾਇਆ ਜਾਂਦਾ ਹੈ ਕਿੱਦਾਂ ਅਸੀਂ ਉਸ ਨਿਰੰਕਾਰ ਨੂੰ ਮਿਲ ਸਕਦੇ ਹਾਂ। ਸੰਗਤ ਵਿੱਚ ਆ ਕੇ ਗੁਰਬਾਣੀ ਗੁਰੂ ਰਾਹੀਂ ਸਾਨੂੰ ਸਮਝਾਇਆ ਜਾਂਦਾ ਕਿੱਦਾਂ ਅਸੀਂ ਸਿਮਰਨ ਕਰਨਾ, ਕਿੱਦਾਂ ਅਸੀਂ ਮੁਕਤ ਹੋਣਾ। ਜਿਵੇਂ ਕਿ ਆਪਾਂ ਸਾਰੇ ਪੜ੍ਹਦੇ ਹਾਂ, ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ। ਲੇਕਿਨ ਧਿਆਉਣ ਵਾਸਤੇ ਵੀ ਸਾਨੂੰ ਜੁਗਤੀ ਚਾਹੀਦੀ, ਇੱਕ ਤਰੀਕਾ ਚਾਹੀਦਾ। ਉਹ ਤਰੀਕਾ ਸਾਨੂੰ ਸਮਝ ਆਉਂਦਾ ਜਦੋਂ ਆਪਾਂ ਸੰਗਤ ਵਿੱਚ ਆਉਂਦੇ ਹਾਂ। ਜਦੋਂ ਗੁਰਮੁਖ ਜਨ ਫਿਰ ਸੰਗਤ ਵਿੱਚ ਆਏ, ਉਹਨਾਂ ਨੇ ਸਾਨੂੰ ਆਪਣਾ ਪ੍ਰੈਕਟੀਕਲ ਦੱਸਿਆ ਕਿ ਅਸੀਂ ਸੰਗਤ ਵਿੱਚ ਆਏ ਤੇ ਅਸੀਂ ਮੁਕਤ ਹੋਏ, ਅਸੀਂ ਸੰਗਤ ਵਿੱਚ ਆਏ ਤੇ ਸਾਡੇ ਘਰ ਸੁੱਖ ਆਇਆ, ਸਾਨੂੰ ਖੁਸ਼ੀਆਂ ਪ੍ਰਾਪਤ ਹੋਈਆਂ। ਤਾਂ ਹੀ ਆਪਾਂ ਸਾਰੇ ਪੜ੍ਹਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਕਹਿੰਦੇ ਜੇ ਤੁਸੀਂ ਵੀ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਰਿਆਂ ਤੋਂ ਪਹਿਲਾਂ ਉਸ ਨਿਰੰਕਾਰ ਦੀ ਨਜ਼ਰ ਆਪਣੇ ਤੇ ਪੈ ਜਾਵੇ। ਤੇ ਨਜ਼ਰ ਪਾਉਣ ਵਾਸਤੇ ਮਹਾਰਾਜ ਦੱਸਦੇ ਆਪਾਂ ਸੰਗਤ ਵਿੱਚ ਆਉਂਦੇ ਹਾਂ, ਜਿਹਨੂੰ ਆਪਾਂ ਸਾਰੇ ਪੜ੍ਹਦੇ ਹਾਂ, ਮੁਕਤ ਭਏ ਸਾਧ ਸੰਗਤ ਕਰ ਤਿਨ ਕੇ ਅਵਗੁਣ ਸਭ ਪਰ ਹਰਿਆ, ਤਿਨ ਕੋ ਦੇਖ ਭਏ ਕਿਰਪਾਲਾ ਤਿਨ ਭਵ ਸਾਗਰ ਤਰਿਆ। ਮਹਾਰਾਜ ਸਮਝਾਉਣਾ ਕਰਦੇ ਆਪਾਂ ਸੰਗਤ 'ਚ ਤਾਂ ਹੀ ਆਉਂਦੇ ਹਾਂ ਕਿ ਸਾਡੇ ਤੋਂ ਉਸ ਨਿਰੰਕਾਰ ਦੀ ਨਜ਼ਰ ਪੈ ਜਾਵੇ, ਅਸੀਂ ਭਾਗਾਂ ਵਾਲੇ ਬਣ ਜਾਏ, ਸਾਡੇ ਘਰ ਵੀ ਸੁੱਖ ਆ ਜਾਵੇ, ਸਾਡੇ ਘਰ ਵੀ ਖੁਸ਼ੀਆਂ ਆ ਜਾਵੇ। ਕਿਉਂਕਿ ਦੁਨਿਆਵੀ ਕੰਮ ਆਪਾਂ ਕਰਦੇ ਹੀ ਤਾਂ ਹੈ ਕਿ ਸਾਨੂੰ ਸੁੱਖ ਮਿਲ ਜਾਵੇ। ਲੇਕਿਨ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ ਸੁੱਖ ਇਸ ਸੰਸਾਰ 'ਚ ਹੈ ਨਹੀਂ, ਸੁੱਖ ਕੇਵਲ ਉਸ ਨਿਰੰਕਾਰ ਦੇ ਗੁਣ ਗਾਉਣ ਦੇ ਵਿੱਚ ਹੈ। ਤੇ ਆਪਾਂ ਸਾਰੇ ਪੜ੍ਹਦੇ ਹਾਂ, ਸੁੱਖ ਨਾਹੀ ਬਹੁਤ ਦੇ ਧਨ ਖਾਟੇ। ਕਹਿੰਦੇ ਸੁੱਖ ਉਹਦੇ ਵਿੱਚ ਵੀ ਨਹੀਂ ਹੈ ਕਿ ਸਾਨੂੰ ਬਹੁਤ ਪ੍ਰਾਪਤੀ ਹੋ ਜਾਏ ਧਨ ਦੀ, ਸੁੱਖ ਉਹਦੇ ਵਿੱਚ ਵੀ ਨਹੀਂ ਹੈ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਲਈਏ, ਸੁੱਖ ਉਹਦੇ ਵਿੱਚ ਵੀ ਨਹੀਂ ਹੈ ਕਿ ਆਪਾਂ ਟੀਵੀ ਦੇਖ ਲਈਏ। ਤੇ ਸੁੱਖ ਹੈ ਕਿਹਦੇ ਵਿੱਚ? ਮਹਾਰਾਜ ਦੱਸਦੇ ਸਰਬ ਸੁਖਾਂ ਹਰ ਹਰ ਗੁਣ ਗਾਏ। ਸੋ ਆਓ ਗੁਰਮੁਖ ਪਿਆਰਾ ਆਪਾਂ ਵੀ 2 ਮਿੰਟ ਵਾਸਤੇ ਗੁਣ ਗਾਈਏ, ਸਿਮਰਨ ਅਭਿਆਸ ਕਰੀਏ ਕਿ ਸਾਡਾ ਮਨ ਵੀ ਨਿਰਮਲ ਹੋ ਜਾਵੇ, ਸਾਡਾ ਮਨ ਵੀ ਮੁਕਤ ਹੋ ਜਾਵੇ ਤੇ ਸਾਡੇ ਉੱਤੇ ਵੀ ਉਸ ਨਿਰੰਕਾਰ ਦੀ ਨਜ਼ਰ ਪੈ ਜਾਵੇ। ਤੇ ਉਹਦੇ ਵਾਸਤੇ ਮਹਾਰਾਜ ਦੱਸਦੇ ਜਦੋਂ ਸਵਾਸ ਅੰਦਰ ਜਾਂਦਾ ਆਪਾਂ ਕਹਿਣਾ ਵਾਹਿ, ਜਦੋਂ ਸਵਾਸ ਬਾਹਰ ਆਉਂਦਾ ਆਪਾਂ ਕਹਿਣਾ ਗੁਰੂ। ਤੇ ਆਪਾਂ ਆਪਣੀ ਆਵਾਜ਼ ਨੂੰ ਸੁਣਨਾ ਤੇ ਨੇਤਰ ਆਪਾਂ ਸਾਰਿਆਂ ਨੇ ਬੰਦ ਰੱਖਣੇ। ਆਓ ਸਾਰਾ ਹੀ ਪਰਿਵਾਰ ਆਪਾਂ ਗੁਰਮੰਤਰ ਦਾ ਸ਼ਬਦ ਦ੍ਰਿੜ ਕਰੀਏ। ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰੇ, ਕਿਸ ਤਰੀਕੇ ਦੇ ਨਾਲ ਅਸੀਂ ਸੰਗਤ ਵਿੱਚ ਆਉਣਾ ਕਿ ਉਸ ਨਿਰੰਕਾਰ ਦੀ ਨਜ਼ਰ ਸਾਡੇ ਤੇ ਪੈ ਜਾਵੇ, ਅਸੀਂ ਵੀ ਭਾਗਾਂ ਵਾਲੇ ਬਣ ਜਾਈਏ। ਇਹੋ ਜਿਹੀ ਇੱਕ ਤੁਹਾਡੀ ਵਾਰ ਆਪ ਜੀ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਹਦੇ ਤੁਹਾਡੀ ਜਤਾ ਪਾਸੋਂ ਹੈ ਇੰਜ ਸਰਵ ਕਰੋ ਜੀ।
ਨਦੀਆਂ ਚੋਂ ਪਾਣੀ ਸੁੱਕ ਜਾਂਦਾ, ਪੌਣਾ ਦਾ ਚੱਲਣਾ ਰੁਕ ਜਾਂਦਾ। ਨਦੀਆਂ ਚੋਂ ਪਾਣੀ ਸੁੱਕ ਜਾਂਦਾ, ਪੌਣਾ ਦਾ ਚੱਲਣਾ ਰੁਕ ਜਾਂਦਾ। ਇਹ ਚੰਨ ਤਾਰੇ ਤੇ ਸੂਰਜ ਧਰਤੀ ਸਭ ਅਡੋਲ ਖੜੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਮੇਰਾ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਮੇਰਾ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪੌਣ ਰੋਈ ਹੈ ਇੱਕ ਨਾਦ ਚ ਬੱਜੀ ਹੋਈ ਹੈ। ਸਭ ਸ੍ਰਿਸ਼ਟੀ ਪੌਣ ਰੋਈ ਹੈ ਇੱਕ ਨਾਦ ਚ ਬੱਜੀ ਹੋਈ ਹੈ। ਬਿਨਾ ਹੁਕਮ ਤੋਂ ਪੱਤਾ ਚੁੱਲਦਾ ਨਹੀਂ, ਬਿਨਾ ਉਹਦੇ ਤੇ ਨਾ ਕੋਈ ਹੈ। ਲੱਖ 84 ਜੂਨਾਂ ਦਾ ਵੀ ਖਾਣਾ ਇਹੋ ਤਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਮੇਰਾ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਮੇਰਾ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਮੇਰਾ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਮੇਰਾ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ
बन सच दे पुजारी मित्रिए बै संगतां विच ताइयों तेरी सिफत करे लख खुशियां पातशाहियां जे मेरा सतगुर नदर करे लख खुशियां पातशाहियां जे मेरा सतगुर नदर करे लख खुशियां नदियां जो पानी सुख जादा पौना दा चलना रुक जंदा नदियां जो पानी सुख जादा पौना दा चलना रुक जांदा ए चंद तारे ते सूरज धरती सब अडोल खड़े लख खुशियां पातशाहियां जे मेरा सतगुर नदर करे लख खुशियां पातशाहियां जे मेरा सतगुर नदर करे लख खुशियां पातशाहियां जे मेरा सतगुर नदर करे लख खुशियां हो ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਮੇਰਾ ਸਤਿਗੁਰ ਨਦਰ ਕਰੇ। ਸੋ ਗੁਰਮੁਖ ਪਿਆਰਿਓ ਆਪਾਂ ਸਾਰੇ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਸੰਗਤ ਵਿੱਚ ਆਈਏ ਸ਼ਬਦ ਦਾ ਅਭਿਆਸ ਕਰੀਏ ਕਿ ਜਿਹੜਾ ਮਕਸਦ ਲੈ ਕੇ ਆਪਾਂ ਸਾਰੇ ਸੰਸਾਰ ਵਿੱਚ ਆਏ ਹਾਂ ਉਹ ਮਕਸਦ ਨੂੰ ਆਪਾਂ ਪੂਰਾ ਕਰ ਜਾਈਏ ਸਾਡਾ ਵੀ ਮਿਲਾਪ ਉਸ ਸੱਚ ਨਿਰੰਕਾਰ ਦੇ ਨਾਲ ਹੋ ਜਾਵੇ ਤੇ ਜੋ ਮਿਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਵਿੱਚ ਲੈ ਕੇ ਆਏ ਸੀ ਜਿਹਨੂੰ ਆਪਾਂ ਸਾਰੇ ਪੜ੍ਹਦੇ ਹਾਂ ਪ੍ਰਥਮੇ ਨਾਨਕ ਚੰਦ ਜਗਤ ਪਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ ਕਿ ਜਿਹੜਾ ਮਾਨਵ ਨੂੰ ਤਾਰਨ ਵਾਸਤੇ ਮਹਾਰਾਜ ਆਪ ਰੂਪ ਧਾਰਨ ਕਰਕੇ ਆਏ ਸੀ ਉਹਨਾਂ ਦਾ ਮਿਸ਼ਨ ਵੀ ਆਪਾਂ ਨਾਲ ਨਾਲ ਪੂਰਾ ਕਰੀਏ। ਸੋ ਗੁਰਮੁਖ ਪਿਆਰਿਓ ਇੰਨੀ ਤੁਹਾਡੀ ਵਾਰਾਂ ਗਾਇਨ ਕਰਦੇ ਹਾਂ ਇੱਕ ਨਹੀਂ ਅਨੇਕ ਤਰ੍ਹਾਂ ਦੀ ਗਲਤੀਆਂ ਹੋ ਜਾਂਦੀਆਂ ਹਨ। ਆਪ ਸੰਗਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ। ਬਖਸ਼ ਲੈਣਾ ਜੀ। ਆਓ ਆਪਾਂ ਫਿਰ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਮੁਖ ਪਿਆਰੇ ਜਿਨ੍ਹਾਂ ਨੇ ਸਾਨੂੰ ਤੁਹਾਡੀ ਵਾਰਾਂ ਨਾਲ ਨਿਹਾਲ ਕੀਤਾ। ਆਓ ਗੁਰਮੁਖ ਪਿਆਰਿਆਂ ਦੀ ਚੜ੍ਹਦੀ ਕਲਾ ਲਈ ਜੈਕਾਰਾ ਲਗਾਈਏ ਜੀ। ਬੋਲੇ ਸੋ ਨਿਹਾਲ। ਗੁਰਮੁਖ ਪਿਆਰਿਓ ਜੋ ਆਪਾਂ ਗੁਰੂ ਪਾਤਸ਼ਾਹੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਆਪਾਂ ਗੁਰੂ ਦਾ ਉਪਦੇਸ਼ ਕਮਾਉਣਾ ਆਪਣੇ ਜੀਵਨ ਦੇ ਵਿੱਚ ਜੋ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਉਪਦੇਸ਼ ਗੁਰੂ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੁਖ ਲਹਿ ਜਾਵੇ। ਸੋ ਆਓ 2 ਮਿੰਟ ਲਈ ਆਪਾਂ ਉਪਦੇਸ਼ ਨੂੰ ਦ੍ਰਿੜ ਕਰੀਏ। ਜਿੰਨੀ ਦੇਰ ਗੁਰਮੁਖ ਪਿਆਰੇ ਸਟੇਜ ਤੇ ਬਰਾਜਦੇ ਆ ਹੁਣ 2 ਵਜੇ ਤੱਕ ਆਪਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰਨਗੇ। ਆਓ ਉਨੀ ਦੇਰ ਆਪਾਂ ਜੋ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਘਰ ਘਰ ਅੰਦਰ ਧਰਮਸਾਲ ਆਪਾਂ ਆਪਣੇ ਅੰਦਰ ਜੋ ਕੂੜ ਦੀ ਪਾਣ ਨੂੰ ਤੋੜਦਿਆਂ ਹੋਇਆ ਸ਼ਬਦ ਦਾ ਨਿਰੰਤਰ ਅਭਿਆਸ ਕਰੀਏ। ਸਾਰੇ ਕਰੋ ਜੀ ਕਿਰਪਾ। ਨੇਤਰ ਬੰਦ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ। ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਰੋਆ ਸਤਿਗੁਰ ਨਾਨਕ ਪ੍ਰਗਟਿਆ ਨਿਮਾਨਿਓ ਕੇ ਮਾਨ ਗੁਰੂ ਨਿਤਾਨਿਓ ਕੇ ਨੇ ਓਟਿਓ ਕੀ ਓਟ ਗੁਰੂ ਨੇ ਆਸਰਿਓ ਕੇ ਆਸਰਾ ਗੁਰੂ ਗਰੀਬ ਨਿਵਾ ਗਰੀਬ ਨਿਵਾ ਬਲਹਾਰੀ ਗੁਰ ਆਪਨੇ ਬਲਹਾਰੀ ਗੁਰ ਆਪਨੇ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਦਿਹਾੜੀ ਸਦਵਾਰ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਦਿਹਾੜੀ ਸਦਵਾਰ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ जिन मानस ते देवत कीए जिन मानस ते देवत कीए
न लागी वार बलिहारी गुर आपने बलिहारी गुर आपने ब्योहारी सदवार ब्योहारी सदवार बलिहारी गुर आपने बलिहारी गुर आपने बलिहारी गुर बलिहारी गुर बलिहारी गुर आपने द्योहारी सदवार। ਆਓ ਗੁਰੂ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਸ਼ਬਦ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਆਓ ਸਾਰੇ ਪਰਿਵਾਰ ਰਲ ਕੇ ਆਪਾਂ ਨਾਲ ਗਾਉਣਾ ਵੀ ਆ ਤੇ ਨਾਲ ਦੀ ਨਾਲ ਆਪਾਂ ਆਪਣੇ ਅੰਦਰ ਝਾਤੀ ਮਾਰਨੀ ਆ, ਕਿਉਂਕਿ ਸਾਡੀ ਗੱਲ ਮਹਾਰਾਜ ਕਰ ਰਹੇ ਨੇ। ਆਓ ਗੱਲੀ ਅਸੀਂ ਚੰਗੀਆਂ आचारी बुरियां आचारी बुरियां गल्ली असी चंगियां 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 आचारी बुरियां आचारी बुरियां गल्ली गल्ली असी चंगियां आचारी बुरियां आचारी बुरियां गल्ली असी चंगियां आचारी आचारी बुरियां 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 आचारी गल्ली असी चंगियां आचारी बुरियां आचारी बुरियां गल्ली असी चंगियां रीसा करे ते नाड़ियां रीसा करे ते नाड़ियां जो सेवे दर खड़ियां
असी चंगियां आचारी बुरियां आचारी बुरियां गली असी चंगियां आचारी बुरियां मनो कसुता कालिया मनो कसुता कालिया बाहर चितवियां बाहर चितवियां बाहर चितवियां बाहर मनो कसुता कालिया बाहर चितवियां बाहर चितवियां बाहर चितवियां बाहर रीसा करे ते नाड़ियां जो सेवे दर खड़ियां जो सेवे दर खड़ियां जो सेवे जो सेवे दर खड़ियां जो सेवे दर खड़ियां जो सेवे दर खड़ियां जो सेवे जो सेवे जो सेवे दर खड़ियां जो सेवे जो सेवे जो सेवे दर खड़ियां 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 रीसा करे तिनाड़ियां जो सेवे दर खड़ियां जो सेवे दर खड़ियां जो सेवे दर खड़ियां जो सेवे दर खड़ियां दिलों मोहब्बत जिन से सकिया जिन मन होर मुख होर से कांडे कच्चिया दिलों मनुक सुदा कालियां बाहर चिटवियां रीसा करे तिनाड़ियां जो सेवे दर खड़ियां वाह गुरु 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 वाह गुरु
माने सुख रलिया माने सुख रलिया मेरा हर तब सुंदर मैं सार न जानी हो हर तब छोड़ दूजे लो कहानी मेरा हर तब सुंदर मैं सार न जानी हो हर तब छोड़ दूजे लो कहानी नाल खसमे रतियां नाल खसमे रतियां माने सुख रलिया माने सुख रलिया सुख नाही बहुते तन खाटे सुख नाही देखे नित नाटे सुख नाही बहु देश कमाए सारे में सुख हर हर गुण गाए
ਵਾਹਿਗੁਰੂ 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 नाल खसम रतियां मान है सुख रलियां होंदे तान नितानियां रहे निमाननियां नानक जन्म सकार था जे तिनके संग मिला नानक जन्म सकार था जे तिनके संग मिला गली असी चंगियां आचारी बुरियां आचारी बुरियां गली असी चंगियां आचारी बुरियां आचारी बुरियां मनो को सुधा कालिया कालिया बाहर चितविया बाहर चितविया हाँ बाहर चितविया बाहर चितविया गली असी चंगिया आचारी बुरियां आचारी बुरियां गली असी चंगिया आचारी बुरियां आचारी बुरियां आचारी बुरियां आचारी बुरियां नाल खसमे रतियां माने सुख रलियां बोले सो गुरु साध संगत जी ने हाजिरी प्रवान करना जी कीर्तन करते बहुत ही भुल्लां चुकां त्रुटियां रह जांदियां ने अनजान बच्चे समझ के माफ करना आओ नाम सदेशी बोलियां पढ़ के दीवान की समाप्ति करें जी। सिखो शब्द प्यारे हो जन्म मरण की टेक मुख उजल सदा सुखी नानक सिमरत एक राम कली महला तीजा आनंद एक ओंकार सतगुरु प्रसाद आनंद भया मेवा सतगुरु मैं पार सतगुरु ता पाया सहज सेठी मन लगियां वरदान राज रतन परिवार परिया शब्द गावन आई कबलो न गावो हरि के मन जिनी बरसाया पहले नानक आनंद हुआ सतगुरु मैं पाए हे मन मेरे आपको सदा रहो हरना हरनाल रहो तुम मन मेरे लोक सब सारना अंगीकारो करे तेरा कार्य सब सबना कला समरथ स्वामी सो क्यों मनो विसार पहले नानक मन मेरे सदा रहो हरनाल साचे साहेबा क्या नहीं करते करना तेरा सब कुछ है जिससे शोभा सदा सिर सलाह तेरी नाम मन वसार नाम जिनके मन वसया बाजे शब्द कने पहले नानक सच्चे साहिब क्या नहीं करते साचा नाम मेरा आधार साच नाम आधार मेरा जिन भुखा सब गवाइया सदा कुर्बान पिता गुर मिट भोज सुनियाई बड़ियाइया कहे नानक सुनो संतो साचा नाम मेरा आधार बाजे पांच शब्द घर सभागे शब्द बाजे कार पंच दूत दवास कीते काल कंटक मारिया कहे नानक दस्त हुआ कर आनंद बाजे आनंद सुनो बड़ पापियो सगल मनोरथ पूरे पार ब्रह्म पाया उतरे सगल दुख रोग संताप उतरे सुनी सच्ची बाणी संत साजन भये सरसे पूरे गुर दे ज्ञान सुनते पुनित कहते कुछ सतगुर रहे पर पूरे बिड़वंत नानक गुर चरण लागे
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਸਰਾਤ ਦਾਈ ਰਾਇਆ ਖੇਲਾ ਸਗਲ ਜਗਤ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦਾਈ ਰਾਇਆ ਖੇਲਾ ਸਗਲ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀਆਂ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਜਿਨੀ ਨਾਮ ਤੇ ਆਇਆ 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 ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਗੱਜ ਕੇ ਬੁਲਾਵੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਗੁਰ ਤੁਮ ਅਰਦਾਸ ਜੀਓ ਮਿਟ ਸਾਬੋ ਤੇਰੀ ਆਸ ਤੁਮ ਮਾਗ